ਉਹਨੇ ਪੱਖੇ ਦੀ ਹੁੱਕ ਹੁੰਦੀ ਉੱਥੇ ਰੱਸਾ ਪਾ ਕੇ ਰੱਖਿਆ ਸੀ ਪਹਿਲਾਂ ਹੀ ਪਿੱਛੇ ਹੱਥ ਬੰਨ ਕੇ ਟੰਗਤਾ ਹੰਸ ਤੋੜਤੇ ਮੇਰੇ ਦੋਨੋਂ ਮੋਢੇ ਤੋੜਤੇ ਲੱਤਾਂ ਕਈ ਕੁਛ ਤੈਨੂੰ ਕੀ ਦੱਸਾਂ ਮੈਂ ਕੀ ਕਹਿੰਦੇ ਯਾਰੀ ਬੰਦਾ ਬੜਾ ਪੱਕਾ ਹੈ ਬੰਦਾ ਬੜਾ ਪੱਕਾ ਮੈਂ ਤਾਂ ਬੇਗੁਨਾਹੀ ਦੇ ਛਿੱਤਰ ਖਾਧੇ ਉੱਥੇ। ਫਿਰ ਉਸ ਤੋਂ ਬਾਅਦ ਮਾਸਟਰ ਸਲੀਮ ਹੋਣੀ ਮੇਰੇ ਕੋਲ ਗਏ ਫਗਵਾੜੇ। ਮਾਸਟਰ ਸਲੀਮ ਇਹਦੇ ਡੈਡੀ ਭੇਜੀ ਇਹਨਾਂ ਦੇ ਮਦਰ ਤੇ ਕਹਿੰਦੇ ਵੀ ਸਲੀਮ ਨੂੰ ਸਾਗਾ 'ਚ ਲੈ ਕੇ ਜਾਣਾ ਤੁਸੀਂ ਲੈ ਕੇ ਜਾਓ ਇਹਨੂੰ। ਜੱਜ ਸਾਹਿਬ ਕਹਿੰਦੇ ਵੀ ਇਹਦੇ ਕੋਲੋਂ ਜਿਹੜੇ ਤੁਸੀਂ ਹਥਿਆਰ ਬਰਾਮਦ ਕੀਤੇ ਆ ਦਿਓ। ਇੱਕ ਦੇਸੀ ਕੱਟਾ ਜਾਂ ਚੱਕੀ ਆਉਣ ਕਹਿੰਦਾ ਯਾਰ ਇਸ ਕੱਟੇ ਨਾਲ ਤੁਹਾਡਾ 15 ਬੰਦਿਆਂ ਦਾ ਮੁਕਾਬਲਾ ਕਿੱਦਾਂ ਹੋ ਗਿਆ ਇਹਦਾ। ਸਾਰੇ ਸਿੰਗਰਾਂ ਦੇ ਨਾਲ ਮਤਲਬ ਬਹੁਤ ਨੇੜਤਾ ਹੋ ਗਈ। ਫਿਰ ਸਰਦੂਲ ਸਿਕੰਦਰ ਹੋ ਰਹੀ ਹਰਭਜਨ ਮਾਨ ਹੰਸਰਾਜ ਹੰਸ ਗੁਰਦਾਸ ਮਾਨ ਜੀ ਸੁਰਿੰਦਰ ਸ਼ਿੰਦਾ ਮਤਲਬ ਕੋਈ ਕਲਾਕਾਰ ਨਹੀਂ ਜਿਹੜਾ ਉੱਥੇ ਨਹੀਂ ਸੀ ਹੁੰਦਾ ਉਦੋਂ। ਤਦ ਤੱਕ ਮੈਂ ਗਾਣੇ ਨਹੀਂ ਸੀ ਲਿਖਦਾ। ਕੇਸ ਹੀ ਇੰਨੇ ਪਾਤੇ ਕੇਸ ਹੀ ਇੰਨੇ ਸੁੱਟਤੇ ਮੇਰੇ ਤੇ ਪਤਾ ਨਹੀਂ ਕਿਹੜੇ ਕਿੱਧਰੋਂ। ਤੇ ਸਭ ਤੋਂ ਵੱਡੀ ਟ੍ਰੈਜਡੀ ਇਹ ਵੀ ਮੇਰਾ ਖਾਸ ਮਿੱਤਰ ਸੀਗਾ ਉਹਦਾ ਮਰਡਰ ਮੇਰੇ ਤੇ ਪਾਤਾ। ਜਿਨ੍ਹਾਂ ਬੰਦਿਆਂ ਨੇ ਉਦੋਂ ਮੇਰੀਆਂ ਦੂਰੀਆਂ ਬਣਾਈਆਂ ਉਹ ਅੱਜ ਸਭ ਤੋਂ ਨੇੜੇ ਆ ਉੱਥੇ। ਉਹਨਾਂ ਦਿਨਾਂ 'ਚ ਵਰਤਿਆ ਗਿਆ ਮੈਂ ਉਹਨਾਂ ਦੇ ਹੱਥ 'ਚ ਵਰਤਿਆ ਗਿਆ ਮੈਨੂੰ ਪਤਾ ਨਹੀਂ ਲੱਗਾ ਮੈਂ ਕਦੋਂ ਵਰਤਿਆ ਗਿਆ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਹਾਜ਼ਰ ਹਾਂ ਜਲੰਧਰ ਤੋਂ। ਗੱਲ ਨਾ ਉਦੋਂ ਦੀ ਕਰਦੇ ਹਾਂ ਜਦੋਂ ਪੰਜਾਬੀ ਸੰਗੀਤ ਦਾ ਸੁਨਹਿਰੀ ਦੌਰ ਹੁੰਦਾ ਸੀ, ਜਦੋਂ ਕੋਈ ਵੀ ਬੰਦਾ ਉੱਠ ਕੇ ਗਾਇਕ ਬਣ ਸਕਦਾ ਸੀ, ਜਦੋਂ ਇਹ ਨਹੀਂ ਪਤਾ ਲੱਗਦਾ ਸੀ ਕਿ ਇੱਕ ਅੱਧਾ ਗੀਤ ਗਾਤਾ ਬੰਦਾ ਹਿੱਟ ਹੋ ਜਾਂਦਾ। ਵੱਖ-ਵੱਖ ਖੇਤਰਾਂ ਦੇ ਵਾਸਤੇ ਜਿਵੇਂ ਵੱਖ-ਵੱਖ ਚੀਜ਼ਾਂ ਹੁੰਦੀਆਂ ਉਹਦੇ ਪ੍ਰਚਾਰ ਦੇ ਸਾਧਨ ਹੁੰਦੇ ਆ, ਇਸੇ ਤਰੀਕੇ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਮੈਗਜ਼ੀਨ ਆਇਆ ਸੀ ਮਿਊਜ਼ਿਕ ਟਾਈਮਸ। ਆਪਣੇ ਆਪ ਦੇ ਵਿੱਚ ਇੱਕ ਵੱਖਰੀ ਚੀਜ਼ ਸੀ ਉਹ। ਉਹਦੇ 'ਚ ਪੋਜ਼ੀਟਿਵ ਗੱਲਾਂ ਤਾਂ ਘੱਟ ਹੁੰਦੀਆਂ ਸੀ, ਐਨਾਲਿਸਿਸ ਹੁੰਦਾ ਸੀ ਕਿ ਕੌਣ ਕਿੱਥੇ ਖੜਾ ਅਤੇ ਉਹ ਇੰਟਰਵਿਊ 'ਚ ਜਿਹਦੀ ਵੀ ਹੁੰਦੀ ਸੀ ਜਿਹੜੇ ਵਾਰ ਆਉਂਦੀ ਸੀ ਉਸ ਤੋਂ ਬਾਅਦ ਬਹੁਤ ਸਾਰੇ ਸਿੰਗ ਫਸਦੇ ਸੀ। ਉਹ ਟੀਮ ਨੇ ਜੋ ਕੰਮ ਕੀਤਾ ਮੈਨੂੰ ਇਸ ਗੱਲ ਦਾ ਅੱਜ ਮਾਣ ਹੈ ਕਿ ਮੈਂ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਹਿੱਸਾ ਰਿਹਾ। ਦੂਜੇ ਪਾਸੇ ਇਹ ਵੀ ਗੱਲ ਹੈ ਕਿ ਮੈਂ ਪੱਤਰਕਾਰੀ ਦਾ ਦੌਰ ਹੀ ਉੱਥੋਂ ਸ਼ੁਰੂ ਕੀਤਾ। ਅੱਜ ਮੁੱਖ ਸੰਪਾਦਕ ਮਿਊਜ਼ਿਕ ਟਾਈਮ ਹਰਜਿੰਦਰ ਸਿੰਘ ਬਲ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਜਿਹੜੇ ਗੀਤਕਾਰ ਵੀ ਨੇ, ਗਜ਼ਲ ਦੇ ਵਿੱਚ ਬਹੁਤ ਮਹਾਰਤ ਹਾਸਲ ਆ ਉਹਨਾਂ ਨੂੰ, ਅਤੇ ਮਿਊਜ਼ਿਕ ਇੰਡਸਟਰੀ ਦੀਆਂ ਬਰੀਕੀਆਂ ਅਤੇ ਕਮਜ਼ੋਰੀਆਂ ਨੂੰ ਤਾਂ ਉਂਗਲਾਂ 'ਤੇ ਰਟੀ ਫਿਰਦੇ ਆ। ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਕੁਛ ਪੱਲੇ ਪਾਉਂਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ, ਕੀ ਹਾਲ ਨੇ? ਬਸ ਵਧੀਆ ਬਲ ਸਾਹਿਬ। ਇਹ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਮੈਂ ਆਪਦੇ ਪਹਿਲੇ ਸੰਪਾਦਕ ਦੀ ਇੰਟਰਵਿਊ ਲੈ ਰਿਹਾ, ਮੁੱਖ ਸੰਪਾਦਕ ਦੀ। ਅਤੇ ਖੈਰ ਜਿਵੇਂ ਰੱਬ ਸੁੱਖ ਰੱਖੇ। ਹਾਂ ਇਹ ਗੱਲ ਹੈਗੀ ਆ, ਸੁੱਖ ਤਾਂ ਮੰਗਣੀ ਚਾਹੀਦੀ। ਤੁਹਾਡੇ ਨਾਲ ਜਿਹੜੀ ਗੱਲ ਹੁੰਦੀ ਹੈ ਉਹ ਤਾਂ ਸੁੱਖ ਵਾਲਾ ਦਾ ਕੰਮ ਹੀ ਨਹੀਂ ਹੁੰਦਾ। ਖੈਰ ਸੁਖਨੈਬ ਹੈਗਾ। ਅਤੇ ਬਲ ਸਾਹਿਬ ਪਹਿਲਾਂ ਤੁਸੀਂ ਪੱਤਰਕਾਰ ਬਣੇ, ਗਾਇਕ ਲੇਖਕ ਬਣੇ, ਕੀ ਬਣੇ? ਸਭ ਤੋਂ ਪਹਿਲਾਂ ਮੈਂ ਕਹਾਣੀਕਾਰ ਬਣਿਆ। ਅੱਛਾ। ਸਭ ਤੋਂ ਪਹਿਲਾਂ ਮੈਂ ਸ਼ੁਰੂ ਵਿੱਚ ਕਹਾਣੀਆਂ ਲਿਖਦਾ ਸੀ। ਕਾਲਜ ਜਦੋਂ ਮੈਂ ਗਿਆ ਨਾ ਅਤੇ ਮੈਂ ਕਹਾਣੀ ਲਿਖਣ ਦਾ ਜਸਵੰਤ ਸਿੰਘ ਕੰਵਲ ਪੜ੍ਹ ਕੇ ਜਾਂ ਨਾਨਕ ਸਿੰਘ ਦੇ ਨਾਵਲ ਪੜ੍ਹ ਕੇ ਇਵੇਂ ਕਹਾਣੀ ਪਤਾ ਨਹੀਂ ਕੀ ਹੁੰਦੀ, ਝੱਖ ਮਾਰੀ ਦਾ ਸੀ ਨਾ। ਅਤੇ ਉਹਨਾਂ ਦਿਨਾਂ 'ਚ ਕਾਲਜ ਮੈਗਜ਼ੀਨ ਸ਼ਬਦ ਆਉਂਦਾ ਸੀ ਸਾਡਾ। ਮੈਂ ਪੜ੍ਹਿਆ ਗੌਰਮੈਂਟ ਕਾਲਜ ਸਠਿਆਲਾ, ਉਦੋਂ ਪ੍ਰਾਈਵੇਟ ਕਾਲਜ ਹੁੰਦਾ ਸੀ ਗੁਰੂ ਤੇਗ ਬਹਾਦਰ ਕਾਲਜ। ਅਤੇ ਉੱਥੇ ਕਾਲਜ ਮੈਗਜ਼ੀਨ ਲਈ ਰਚਨਾਵਾਂ ਮੰਗੀਆਂ। ਸਾਡੇ ਪ੍ਰੋਫੈਸਰ ਹੁੰਦੇ ਸੀ ਇੰਗਲਿਸ਼ ਦੇ ਹੀਰਾ ਸਿੰਘ ਤਰਸਪਾਲ। ਅਤੇ ਉਸ ਤੋਂ ਪਹਿਲਾਂ ਉਹਨਾਂ ਕਾਲਜ ਦੇ ਮੈਗਜ਼ੀਨ ਲਈ ਇੱਕ ਟੈਸਟ ਲਿਆ ਸਟੂਡੈਂਟ ਦਾ ਵੀ ਮੈਗਜ਼ੀਨ ਦਾ ਐਡੀਟਰ ਚੁਣਨਾ ਹੈ। ਬੜਾ ਸ਼ੌਕ ਸੀ ਵੀ ਮੈਂ ਐਡੀਟਰ ਦਾ ਬਣੂੰਗਾ, ਪਰ ਉੱਥੇ ਕੋਈ ਪੋਲੀਟਿਕਸ ਚੱਲਦੀ ਸੀ। ਮੈਨੂੰ ਤਰਸਪਾਲ ਸਾਹਿਬ ਕਹਿੰਦੇ ਵੀ ਹਰਜਿੰਦਰ ਸਿੰਘ ਗੱਲ ਨਹੀਂ ਬਣਨੀ, ਪ੍ਰਿੰਸੀਪਲ ਦਾ ਹੱਥ ਕਿਤੇ ਹੋਰ ਹੈ। ਅਤੇ ਉਹ ਕਿਸੇ ਹੋਰ ਨੂੰ ਬਣਾ ਤਾ, ਮੈਨੂੰ ਉਹ ਕਹਿੰਦੇ ਵੀ ਤੂੰ ਆਪਣੀਆਂ ਰਚਨਾਵਾਂ ਦੇ। ਮੈਂ ਉਹਨਾਂ ਨੂੰ ਇੱਕ ਦਿੱਤੀ ਲੰਬੀ ਕਹਾਣੀ ਦੀਵਾਰ।
ਅੱਜ ਮੈਂ ਉਹ ਪੜ੍ਹਦਾ ਤੇ ਮੈਨੂੰ ਆਪਣੇ ਆਪ ਤੇ ਹਾਸਾ ਆਉਂਦਾ ਵੀ ਮੈਂ ਕੀ ਉਹਦੇ 'ਚ ਲਿਖਿਆ ਹੈ ਜਾਂ ਉਹਦੇ ਵਿੱਚ ਕੀ ਉਹਦਾ ਕੋਈ ਮੂੰਹ ਸਿਰ ਨਹੀਂ ਹੈ। ਤੇ ਇੱਕ ਗਜ਼ਲ, ਉਦੋਂ ਮੈਨੂੰ ਪਤਾ ਵੀ ਨਹੀਂ ਸੀ ਗਜ਼ਲ ਕੀ ਹੁੰਦੀ ਹੈ, ਉਹ ਕਾਲਜ ਮੈਗਜ਼ੀਨ 'ਚ ਮੇਰੀਆਂ ਦੋਨੋਂ ਚੀਜ਼ਾਂ ਛਪ ਗਈਆਂ। ਤੇ ਛਪੜ ਤੋਂ ਬਾਅਦ ਆ ਫਿਰ ਕਾਲਜ ਵਿੱਚ ਠੁੱਕ ਬਣ ਜਾਂਦਾ ਬੰਦੇ ਦਾ ਵੀ ਯਾਰ ਬੰਦਾ ਲਿਖਦਾ ਹੈ ਹਨਾ। ਤੇ ਮੈਂ ਨਾਮ ਕੀ ਰੱਖਿਆ ਸੀ? ਤਖੱਲਸ ਲਾਉਣ ਲੱਗੇ ਸੀ ਉਦੋਂ ਕੁਝ? ਨਾ ਮੈਂ ਸਿਰਫ ਹਰਜਿੰਦਰ ਸਿੰਘ ਹੀ ਲਿਖਦਾ ਸੀ ਇਕੱਲਾ, ਉਦੋਂ ਬਲ ਵੀ ਨਹੀਂ ਲਿਖਦਾ ਨਾਲ। ਤੇ ਅਖਬਾਰਾਂ 'ਚ ਛਪਣ ਲੱਗ ਗਿਆ ਮੈਂ। ਇੱਕ ਜਾਗਰਤੀ ਮੈਗਜ਼ੀਨ ਹੁੰਦਾ ਸੀ ਉਹ 'ਚ ਛਪਣ ਲੱਗ ਪਿਆ, ਸਵੇਰ ਮੈਗਜ਼ੀਨ ਸੀਗੇ, ਅਜੀਤ 'ਚ ਛਪਣ ਲੱਗ ਪਿਆ। ਤੇ ਇੱਕ ਭਰਮ ਜਿਹਾ ਬਣ ਗਿਆ ਵੀ ਮੈਂ ਗਜ਼ਲ ਅੱਛੀ ਲਿਖ ਲੈਂਦਾ। ਇੱਕ ਦਿਨ ਮੈਂ ਆਪਣੇ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਵੀ ਮੈਨੂੰ ਕਵਿਤਾ ਦੀ ਕੋਈ ਪਤਾ ਨਹੀਂ ਲੱਗਦਾ, ਵੀ ਮੈਨੂੰ ਕੁਝ ਤੁਸੀਂ ਗਾਈਡ ਕਰੋ, ਕਿਉਂ ਉਹ ਖੁਦ ਬੜੇ ਅੱਛੇ ਸ਼ਾਇਰ ਸੀਗੇ, ਅੱਜ ਕੱਲ੍ਹ ਤੇ ਐਕਸਪਾਇਰ ਹੋ ਗਏ ਨੇ ਉਹ। ਉਹ ਮੈਨੂੰ ਕਹਿੰਦੇ ਵੀ ਮੇਰੇ ਤੂੰ ਨਾ ਘਰ ਆਈ। ਉਦੋਂ ਬਿਆਸ ਰਹਿੰਦੇ ਹੁੰਦੇ, ਉਹਨਾਂ ਰੈਂਟ 'ਤੇ ਰੂਮ ਲਿਆ ਹੁੰਦਾ ਸੀ ਉੱਥੇ। ਮੈਨੂੰ ਕਹਿੰਦੇ ਵੀ ਉੱਥੇ ਆਈ ਸ਼ਾਮ ਨੂੰ, ਖੁੱਲ੍ਹਾ ਟਾਈਮ ਗੱਲ ਕਰਾਂਗੇ ਆਪਾਂ। ਉੱਥੇ ਮੈਂ ਗਿਆ ਤੇ ਮੈਨੂੰ ਕਹਿੰਦੇ ਵੀ ਮੇਰੀ ਇੱਕ ਗੱਲ ਸੁਣ ਲੈ, ਵੀ ਕਹਾਣੀ ਤੇਰੇ ਵੱਸ ਦਾ ਰੋਗ ਨਹੀਂ ਉਹ ਹੈਗਾ, ਤੇ ਤੂੰ ਗਜ਼ਲ ਅੱਛੀ ਲਿਖ ਸਕਦਾ ਵਾਂ ਪਰ ਕਿਤੇ ਸਿੱਖ ਲੈ। ਤੇ ਮੈਨੂੰ ਤੇਰੇ ਵਿੱਚ ਕੁਝ ਨਜ਼ਰ ਆ ਰਿਹਾ ਵਾ, ਮੈਂ ਤੈਨੂੰ ਤਾਂ ਕਹਿ ਰਿਹਾ, ਮੈਂ ਕਾਲਜ 'ਚ ਕਿਸੇ ਨੂੰ ਨਹੀਂ ਕਿਹਾ, ਬਥੇਰੇ ਮੁੰਡੇ ਲਿਖਦੇ ਹੋਰ ਵੀ, ਤੇ ਮੈਂ ਕਿਹਾ ਤੁਸੀਂ ਸਿਖਾ ਦਿਓ। ਕਹਿੰਦੇ ਵੀ ਗਜ਼ਲ ਤੇ ਮੈਨੂੰ ਖੁਦ ਨਹੀਂ ਪਤਾ ਕੀ ਹੁੰਦੀ ਆ, ਤੇ ਮੈਂ ਸਿਖਾ ਨਹੀਂ ਸਕਦਾ, ਕੋਈ ਅੱਛਾ ਬੰਦਾ ਲੱਭ ਲੈ। ਤੇ ਉਹਨਾਂ ਦਿਨਾਂ 'ਚ ਅਜੀਤ ਵਿੱਚ ਗਜ਼ਲ ਫੁਲਵਾੜੀ ਛਪਦੀ ਹੁੰਦੀ ਸੀ, ਆਪਣੇ ਵੀਰਵਾਰ, ਪੂਰਾ ਪੇਜ ਗਜ਼ਲ ਦਾ ਹੁੰਦਾ ਸੀ। ਮੈਂ ਉਹ ਬਹੁਤ ਪੜ੍ਹਦਾ ਹੁੰਦਾ ਸੀ। ਉਹਦੇ ਵਿੱਚ 3-4 ਸ਼ਾਇਰ ਮੇਰੇ ਫੇਵਰਟ ਹੁੰਦੇ ਸੀ, ਅਮਰਜੀਤ ਸਿੰਘ ਸੰਧੂ, ਉਲਫਤ ਬਾਜਵਾ, ਰਜਿੰਦਰ ਪਰਦੇਸੀ। ਇਹ 3 ਸ਼ਾਇਰ ਮੈਂ ਬਹੁਤ ਪੜ੍ਹਦਾ ਹੁੰਦਾ ਸੀ। ਦੀਪਕ ਜਤੋਈ ਸਾਹਿਬ। ਜਦੋਂ ਮੈਂ ਉਹਨਾਂ ਨੂੰ ਪੜ੍ਹਨਾ, ਮੈਂ ਲੱਗਣਾ ਮੈਂ ਤਾਂ ਕੁਛ ਵੀ ਨਹੀਂ ਲਿਖਦਾ, ਮੈਂ ਤਾਂ ਪਤਾ ਨਹੀਂ ਕੀ ਲਿਖੀ ਜਾ ਰਿਹਾ, ਗਜ਼ਲ ਤਾਂ ਹੈ ਨਹੀਂ। ਤੇ ਉਹਨਾਂ ਦਿਨਾਂ 'ਚ ਇੱਕ ਫਗਵਾੜੇ ਤੋਂ ਮੈਗਜ਼ੀਨ ਛਪਦਾ ਹੁੰਦਾ ਸੀ, ਅਨੋਖੀ ਦੁਨੀਆ, TD ਚਾਵਲਾ ਸਾਹਿਬ ਦਾ ਪੱਤਰਕਾਰ ਨੇ ਉਹ। ਤੇ ਉਹਨਾਂ ਨੇ ਲਿਖਿਆ ਵੀ ਮੈਂ ਗਜ਼ਲ ਅੰਕ ਕੱਢਣਾ, ਮੈਂ ਉਹਦੇ ਲਈ ਇੱਕ ਗਜ਼ਲ ਭੇਜ ਬੈਠਾ। ਉਹ ਗਜ਼ਲ ਛਪ ਗਈ। ਤੇ ਉਹ ਨੈਕਸਟ ਮੇਰਾ ਖਿਆਲ ਹੈ ਮਾਰਚ 74 ਦੀ ਗੱਲ ਹੋਊਗੀ। ਉਹਨਾਂ ਅਪ੍ਰੈਲ ਇਸ਼ੂ ਵਿੱਚ ਉਸ ਗਜ਼ਲ ਅੰਕ 'ਤੇ ਤਬਸਰਾ ਲਿਖਿਆ, ਉਹਦੇ ਵਿੱਚ ਮੇਰਾ ਵੀ ਜ਼ਿਕਰ ਕੀਤਾ ਮਾੜਾ ਮੋਟਾ, ਵੀ ਇਹ ਠੀਕ ਆ, ਇਹਨੂੰ ਮਤਲਬ ਮਿਹਨਤ ਕਰੇ। ਤੇ ਉਹੀ ਪ੍ਰੋਫੈਸਰ ਸਾਹਿਬ ਵਾਲੀ ਗੱਲ ਵੀ ਜੇ ਮਿਹਨਤ ਕਰੇ ਤੇ ਇਹਦੇ ਅੰਦਰ ਪੋਇਟਰੀ ਹੈਗੀ ਹੈ, ਮੈਨੂੰ ਲੱਗਦੀ ਹੈ। ਤੇ ਮੈਂ ਅਜੀਤ ਚਿੱਠੀ ਲਿਖੀ, ਮੈਂ ਕਿਹਾ ਮੈਨੂੰ ਦੀਪ ਸਾਹਿਬ ਦਾ ਐਡਰੈਸ ਭੇਜੋ, ਕਿਸੇ ਨੇ ਭੇਜਿਆ। ਫਿਰ ਉਹ ਚਾਵਲਾ ਸਾਹਿਬ ਨੂੰ ਲੈਟਰ ਲਿਖਿਆ, ਉਹਨਾਂ ਮੈਨੂੰ ਐਡਰੈਸ ਭੇਜਿਆ। ਫਿਰ ਮੈਂ ਉਹਨਾਂ ਨੂੰ ਜੱਤੋਂ ਮਿਲੇ ਨਹੀਂ, ਉਦੋਂ ਮਿਲਣ ਕਿੱਥੇ ਹੁੰਦਾ ਸੀ, ਬਹੁਤ ਦੂਰ। ਮੈਂ ਕਿੱਥੇ ਅੰਮ੍ਰਿਤਸਰ ਦੇ ਬਾਰਡਰ 'ਤੇ ਬੈਠਾ, ਉਹ ਫਰੀਦਕੋਟ ਲਾਗੇ ਬੈਠੇ ਆ, ਜਾਣਾ ਕਿੱਥੇ ਸੀਗਾ ਉਦੋਂ ਤੇ ਮੈਨੂੰ ਕਹਿੰਦੇ ਵੀ ਸ਼ਾਗਿਰਦ ਬਣਾਉਣ ਦੇ ਕੁਝ ਅਸੂਲ ਆ ਮੇਰੇ, ਆਪਣੀਆਂ ਕੁਝ ਰਚਨਾਵਾਂ ਭੇਜੋ, ਜੇ ਤੁਸੀਂ ਉਹਨਾਂ ਦੇ ਖਰੇ ਉਤਰੇ ਤਾਂ ਮੈਂ ਤੁਹਾਨੂੰ ਸਿਖਾਊਂਗਾ, ਨਹੀਂ ਤੇ। ਮੈਂ ਉਹਨਾਂ ਨੂੰ 2 ਗਜ਼ਲਾਂ ਉਹ ਭੇਜੀਆਂ ਜਿਹੜੀਆਂ ਜਨ ਸਾਹਿਤ ਛਪ ਚੁੱਕੀਆਂ ਸੀ, ਅਜੀਤ 'ਚ ਛਪ ਚੁੱਕੀਆਂ ਸੀ, ਜਾਗਰਤੀ ਛਪ ਚੁੱਕੀਆਂ ਸੀ। ਮੈਂ ਉਹ ਭੇਜੀਆਂ ਵੀ ਇਹਦਾ ਮੋਹਰ ਲੱਗੀ ਹੋਈ ਹੈ ਨਾ, ਵੀ ਮੈਂ ਬੜੀ ਤੋਪ ਹੈ। ਤੇ ਉਹ ਜਨ ਸਾਹਿਤ ਵਿੱਚ ਮੇਰੀ ਫੋਟੋ ਵੀ ਲੱਗੀ, ਮੇਰਾ ਮਾੜਾ ਮੋਟਾ ਸੰਖੇਪ ਵੇਰਵਾ ਵੀ ਲਿਖਿਆ, ਤੇ ਬੜਾ ਪੂਰੇ ਕਾਲਜ ਠੁੱਕ ਸੀਗਾ ਵੀ ਬੰਦਾ ਅਖਬਾਰਾਂ 'ਚ ਛਪਦਾ ਹੈ। ਮੈਂ 2 ਗਜ਼ਲਾਂ ਭੇਜੀਆਂ, ਮੈਨੂੰ 15 ਦਿਨੀ ਜਵਾਬ ਆਇਆ। ਮੈਂ 3 ਫੁੱਲ ਸਕੇਪ ਪੇਪਰ ਲਿਖੇ ਹੋਏ। ਤੇ ਜਿਹੜੀ ਮੇਰੀ ਗਜ਼ਲ ਸੀ ਨਾ, ਉਹ ਤਾਂ ਮੈਨੂੰ ਲੱਭਦੀ ਨਹੀਂ ਕਿੱਥੇ ਆ ਵਿੱਚ, ਤੇ ਉਹਨੇ ਠੀਕ ਕਰਕੇ ਭੇਜੀ। ਤੇ ਮੈਨੂੰ ਯਾਦ ਆ, ਮੈਂ ਨਾ ਹਲ ਵਾਰਿਆ ਸੀਗਾ ਬਾਹਰ, ਗਰਮੀ ਦੇ ਦਿਨ ਸੀਗੇ, ਪਹਿਲਾਂ ਮਈ ਜੂਨ ਦਾ ਮਹੀਨਾ ਹੋਊਗਾ। ਮੈਨੂੰ ਮੇਰੇ ਬ੍ਰਦਰ ਨੇ ਲਿਆ ਕੇ ਚਿੱਠੀ ਦਿੱਤੀ, ਮੈਂ ਦੇਖਿਆ ਦੀਪ ਸਾਹਿਬ ਦੀ ਚਿੱਠੀ ਆਈ ਆ। ਮੈਂ ਹਲ ਰੋਕ ਕੇ ਧੁੱਪੇ ਖੜ ਕੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਮੈਨੂੰ ਬੜੀ ਖਿੱਚ ਚੜੀ, ਮੈਂ ਇੱਦਾਂ ਅੱਛਾ ਲਿਖਦਾ ਹੈ। ਤੇ ਇਹ ਕਹਿੰਦੇ ਵੀ ਤੂੰ ਉਹ ਨਾ ਉਹਦੀ ਜਦੋਂ ਆਪਾਂ ਗਜ਼ਲ ਠੀਕ ਕਰਨੇ ਨਾ, ਆਪਾਂ ਨੂੰ ਤਖਤੀਹ ਕਰਨਾ ਕਹਿੰਦੇ, ਡੱਬੀਆਂ ਜਿਹੀਆਂ ਬਣਾ ਕੇ ਨਾ, ਵੀ ਕਿਹੜੀ ਮਾਤਰਾ ਡਿੱਗਦੀ ਹੈ ਉਹ। ਤੇ ਉਹਦੇ 'ਚ ਇੱਕ ਲਿਖਿਆ ਸੀ ਵੀ ਇੱਥੇ ਸਿਹਾਰੀ ਗਿਰਦੀ ਹੈ, ਇੱਥੇ ਲਾਂ ਗਿਰਦੀ। ਮੈਂ ਕਿਹਾ ਵੀ ਗਿਰਨਾ ਕੀ ਹੁੰਦਾ, ਅੱਖਰ ਕਿਤੇ
ਸਮਝ ਨਹੀਂ ਸੀ ਉਦੋਂ। ਵੀ ਜਿੱਦਾਂ ਇੱਥੇ ਮਤਲਬ ਇਹਦੀ ਲਾਂ ਉਡਾਤੀ, ਮੈਂ ਕਿਹਾ ਵੀ ਲਾਂ ਕਿੱਦਾਂ ਉਡਾਤੀ, ਲਿਖੀ ਤੇ ਹੋਈ ਆ, ਉੱਡ ਕਿੱਥੇ ਗਈ ਹੈ। ਖੈਰ ਨਹੀਂ ਸਮਝ ਆਇਆ ਮੈਨੂੰ। ਤੇ ਮੈਂ ਪੜ੍ਹ ਕੇ ਤੇ ਉੱਤੋਂ ਥੋੜ੍ਹੀ ਗਰਮੀ ਇੰਨੀ, ਮੈਂ ਕਿਹਾ ਯਾਰ ਇਹ ਕੀ ਆ, ਮੈਂ ਕਿਹਾ ਵੀ ਇਹੋ ਜਿਹੇ ਉਸਤਾਦ ਤੋਂ ਤਾਂ ਮੈਂ ਉੱਦਾਂ ਹੀ ਚੰਗਾ। ਉਹਨਾਂ ਦਿਨਾਂ 'ਚ ਮੈਂ 350-400 ਗਜ਼ਲ ਲਿਖ ਚੁੱਕਾ ਸੀ। ਅੱਛਾ। ਤੇ ਮੈਂ ਚਿੱਠੀ ਪੜ੍ਹਦਾ ਗਿਆ ਐਂਡ ਤੇ ਉਹਨਾਂ ਨੇ ਲਿਖੀਆਂ 2-3 ਲਾਈਨਾਂ, ਮੈਨੂੰ ਅੱਜ ਵੀ ਯਾਦ ਆ। ਉਹ ਮੈਨੂੰ ਕਹਿੰਦੇ ਵੀ ਜਦੋਂ ਨਵੀਂ ਨਵੀਂ ਗਜ਼ਲ ਸਿੱਖੀ ਦੀ ਆ ਨਾ, ਜਦੋਂ ਮਤਲਬ ਇਸਲਾਹ ਲਈ ਦੀ ਆ, ਇਸਲਾਹ ਮਤਲਬ ਗਜ਼ਲ ਦੀ ਸੋਧ ਕਰਾਈ ਦੀ ਆ, ਉਦੋਂ ਕਹਿੰਦੇ ਵੀ ਗੁੱਸਾ ਬਹੁਤ ਚੜ੍ਹਦਾ ਹੁੰਦਾ ਪਹਿਲੀ ਵਾਰੀ। ਤੇ ਮੈਂ ਤੁਹਾਡਾ ਹਤੈਸ਼ੀ ਹਾਂ, ਦੁਸ਼ਮਣ ਨਹੀਂ ਹੈਗਾ, ਜੇ ਗੁੱਸਾ ਆਵੇ ਤੇ ਥੁੱਕ ਦਿਓ। ਤੇ ਗੁੱਸੇ ਬਾਰੇ ਵਿਦਵਾਨਾਂ ਦੀ ਰਾਏ ਆ ਵੀ ਗੁੱਸਾ ਜਿਹੜਾ ਹੈ ਬੇਵਕੂਫੀ ਤੋਂ ਸ਼ੁਰੂ ਹੁੰਦਾ ਤੇ ਸ਼ਰਮਿੰਦਗੀ ਤੇ ਖਤਮ ਹੋ ਜਾਂਦਾ। ਸਹੀ। ਇਹਨੇ ਮੈਨੂੰ, ਮੈਂ ਕਿਹਾ ਯਾਰ ਕੋਈ ਗੱਲ ਹੈ। ਮੈਂ 2-3 ਦਿਨ ਮੈਂ ਚਿੱਠੀ ਪੈਕ ਕਰਕੇ ਮੈਂ ਨਹੀਂ ਪੜ੍ਹੀ ਉਹ। ਤੇ ਫਿਰ ਮੈਂ ਸੋਚਿਆ ਵੀ ਸ਼ਾਇਦ ਕੋਈ ਤਾਂ ਹੋਊਗਾ। ਮੈਂ ਫਿਰ 2 ਗਜ਼ਲਾਂ ਭੇਜੀਆਂ ਉਹ ਠੀਕ ਕਰਕੇ, ਉਹਨਾਂ ਨੇ ਫਿਰ ਠੀਕ ਕਰਕੇ ਭੇਜੀਆਂ। ਮੈਨੂੰ ਮਾੜਾ ਜਿਹਾ ਲੱਗਾ ਵੀ ਮੇਰੇ ਵਿੱਚ ਕਾਫੀ ਗੜਬੜ ਹੈਗੀ ਹੈ। ਉਹਨਾਂ ਨਾ ਉਹ ਸੀਗੀਆਂ, ਬਹਿਰ ਮੁਤਦਾਰਕ ਦਾ ਇੱਕ ਰੂਪ ਹੁੰਦਾ, ਫੇਲਨ 4 ਫੇਲਨ ਜੀ। ਇੱਕ ਮਿਸਰੇ ਵਿੱਚ। ਸਭ ਤੋਂ ਸੌਖੀ ਬਹਿਰ ਉਹੀ ਆ, ਤੇ ਉਹ 'ਚ ਲਿਖੀਦਾ ਸੀ। ਉਦੋਂ ਬਾਕੀ ਬਹਿਰਾਂ ਪਤਾ ਨਹੀਂ ਹੁੰਦਾ ਵੀ ਹੋਰ ਵੀ ਇਹਦੇ 19 ਬਹਿਰਾਂ ਹੈਗੀਆਂ, 19 ਦੀਆਂ ਗਾਂ ਹੋਰ ਸ਼ਾਖਾਵਾਂ ਬਹੁਤ ਹੈਗੀਆਂ। ਅੱਗੇ ਜਾ ਕੇ ਤਜਰਬੇ ਬੜੇ ਕੀਤੇ ਤੁਸੀਂ। ਹਾਂ, ਤਜਰਬੇ। ਤੇ ਉਹ ਮੈਨੂੰ ਲੱਗਾ ਵੀ ਕੁਝ ਹੈਗਾ ਹੈ। ਮੈਂ ਫਿਰ ਇੱਕ ਕੰਮ ਕੀਤਾ ਵੀ ਜਿਹੜੀ ਮੈਂ 350-400 ਗਜ਼ਲ ਲਿਖੀ ਸੀ ਨਾ, ਮੈਂ ਕਿਹਾ ਵੀ ਇਹ ਤੇ ਸਾਡਾ ਕੁਛ ਵੀ ਨਹੀਂ ਗਾ ਇਹਦੇ ਵਿੱਚ। ਤੇ ਉਹ ਜਿਹੜੀਆਂ 4 ਠੀਕ ਕਰਕੇ ਭੇਜੀਆਂ, ਉਹ 'ਚ ਮੇਰਾ ਤਾਂ ਕੁਛ ਵੀ ਨਹੀਂ ਹੈਗਾ। ਮੈਂ ਉਹ 2 ਰਜਿਸਟਰ ਚੱਕੇ ਤੇ ਮਾਤਾ ਨੇ ਤੰਦੂਰ ਬਾਲਿਆ ਹੋਇਆ ਸੀ, ਤੰਦੂਰ 'ਚ ਸੁੱਟਦੇ ਵੀ ਨਹੀਂ ਤੇ ਇਹ 'ਚੋਂ ਬਾਹਰ ਮੈਥੋਂ ਨਹੀਂ ਨਿਕਲਿਆ ਜਾਣਾ। ਤੇ ਮੈਂ ਦੀਪਕ ਸਾਹਿਬ ਨੂੰ ਬੜੀ ਸ਼ੇਖੀ 'ਚ ਖੱਤ ਲਿਖਿਆ ਸੀ। ਮੈਂ 400 ਗਜ਼ਲ ਲਿਖੀ ਸੀ ਤੇ ਮੈਂ ਨਾ ਉਹ ਮਤਲਬ ਤੰਦੂਰ 'ਚ ਸਾੜਤੀ। ਮੇਰੀ ਫਿਰ ਚੰਗੀ ਕਲਾਸ ਲੱਗੀ। ਕਹਿੰਦੇ ਵੀ ਉਹ 'ਚੋਂ ਆਪਾਂ ਕੁਝ ਲੱਭ ਲੈਣਾ ਸੀ। ਮੈਂ ਲੱਭਣਾ ਕੀ, ਅੱਗੇ ਮੈਨੂੰ ਚੌਂਚ ਉਹਦੇ ਕੁਛ ਲੱਭਾ ਨਹੀਂ। ਗੁਰੂ ਜੀ ਕੋਈ ਚੱਕਰ ਨਹੀਂ ਗਾ, ਆਪਾਂ ਨਵੇਂ ਸਿਰਿਓਂ ਸ਼ੁਰੂ ਕਰਦੇ ਹਾਂ। ਫਿਰ ਨਵੇਂ ਸਿਰਿਓਂ ਸ਼ੁਰੂ ਕੀਤਾ। ਫਿਰ ਹੌਲੀ ਕਈਆਂ ਸਾਲਾਂ ਬਾਅਦ ਅੱਜ ਬਾਬੇ ਦੀ ਕਿਰਪਾ ਹੈ। ਅੱਜ ਬਾਬੇ ਹੋ? ਨਹੀਂ, ਬਾਬੇ ਨਹੀਂ, ਬਾਬਾ ਤੇ ਬਣਨਾ ਬਹੁਤ ਦੂਰ ਦੀ ਗੱਲ ਆ। ਗਜ਼ਲ ਦੇ ਵਿੱਚ ਤਾਂ ਖੈਰ ਵੱਲ ਸਾਹਿਬ, ਜੇ ਕਈ ਨਾਂ ਲਏ ਜਾਣ ਦੀਪਕ ਗਜ਼ਲ ਸਕੂਲ ਦੇ, ਤਾਂ ਤੁਹਾਡਾ ਨਾਂ ਉਹਨਾਂ ਦੇ ਵਿੱਚ ਮੋਢਲਿਆਂ 'ਚ ਆਉਂਦਾ। ਪਰ ਤੁਸੀਂ ਚੰਗੇ ਯਤਨ ਵੀ ਕੀਤੇ ਕਦੇ ਨਾ ਕਦੇ। ਬੇਸ਼ੱਕ ਮੈਨੂੰ ਟੈਕਨੀਕਲੀ ਬਹੁਤਾ ਕੁਝ ਨਹੀਂ ਪਤਾ ਗਜ਼ਲ ਬਾਰੇ, ਪਰ ਇਹ ਆ ਕਿ ਜ਼ੰਜੀਰਦਾਰ ਗਜ਼ਲ ਜਾਂ ਕੁਝ ਹੋਰ ਹੈ ਜਿਹੜੀਆਂ ਲਿਖੀਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮੁਕਾਮ ਤਾਂ ਤੁਸੀਂ ਵੱਡਾ ਹਾਸਲ ਕੀਤਾ। ਖੈਰ ਆਪਾਂ ਦੂਜੇ ਪਾਸੇ ਆਉਣੇ। ਪੁਲਿਸ ਦੇ ਨਾਲ ਸਾਂਝ ਕਦੋਂ ਕੁ ਪੈ ਗਈ ਸੀ ਤੁਹਾਡੀ? ਪੁਲਿਸ ਦੇ ਨਾਲ ਸਾਂਝ ਜ਼ਬਰਦਸਤੀ ਪੈ ਗਈ। ਮਾਮਲਾ ਕੀ ਸੀ? ਮਾਮਲਾ ਕੋਈ ਨਹੀਂ ਸੀਗਾ। ਮਾਮਲਾ ਸੀਗਾ ਵੀ ਮੈਂ ਇੱਕ ਪੰਜਾਬੀ ਅਖਬਾਰ 'ਚ ਕੰਮ ਕਰਦਾ ਹੁੰਦਾ ਸੀ। ਉਹਨਾਂ ਦਿਨਾਂ 'ਚ ਹਾਲਾਤ ਬਹੁਤ ਮਾੜੇ ਹੁੰਦੇ ਸੀ। ਤੇ ਇੱਥੇ ਜਦੋਂ ਤੁਸੀਂ ਉੱਥੇ ਪੜ੍ਹ ਰਹੇ ਸੀ, ਉਦੋਂ ਬਾਅਦ ਸਿੱਧਾ ਫਿਰ ਪਟਿਆਲੇ ਹੀ ਜੋਬ ਮਿਲ ਗਈ ਸੀ ਜਾਂ ਕੁਝ ਹੋਰ ਵੀ ਕੀਤਾ? ਨਹੀਂ। ਉਸ ਤੋਂ ਮੈਂ BA ਫਾਈਨਲ ਦੇ ਪੇਪਰ ਦੇ ਕੇ 78 ਵਿੱਚ, ਤੇ ਮੇਰਾ ਖਿਆਲ 24 ਜਾਂ 24 ਜੁਲਾਈ ਜਾਂ 28 ਜੁਲਾਈ 78 ਦੇ ਵਿੱਚ ਜਗਬਾਣੀ ਅਖਬਾਰ ਸ਼ੁਰੂ ਹੋਈ ਸੀ। ਮੈਂ ਉੱਥੇ ਆ ਗਿਆ ਸ਼ੁਰੂ 'ਚ ਹੀ, ਜਲੰਧਰ। ਤੇ 2 ਮਹੀਨੇ ਮੈਂ ਕੰਮ ਕੀਤਾ, ਮੇਰੀ ਗੱਲ ਨਹੀਂ ਬਣੀ ਉਦੋਂ। ਫਿਰ ਮੈਂ ਵਾਪਸ ਚਲੇ ਗਿਆ ਪਿੰਡ। ਫਿਰ ਮੈਂ ਜਗਬਾਣੀ 'ਚ ਆਇਆ ਵਾਂ ਮਈ 79 ਵਿੱਚ। ਫਿਰ ਦੁਬਾਰਾ ਆਇਆ ਉੱਥੇ ਮੈਂ 3 ਸਾਲ ਜੋਬ ਕੀਤੀ। ਫਿਰ ਕੋਈ ਘਰੇਲੂ ਹਾਲਾਤ ਇੱਦਾਂ ਦੇ ਹੋ ਗਏ, ਮੈਨੂੰ ਉੱਥੋਂ ਜਾਣਾ ਪਿਆ। ਤੇ ਜਿੱਥੋਂ ਤੱਕ ਪੁਲਿਸ ਦੀ ਸਾਂਝ ਦੀ ਗੱਲ ਆ, ਉਦੋਂ ਮੈਂ ਹੁੰਦਾ ਸੀ ਜਨਤਕ ਲਹਿਰ ਅਖਬਾਰ 'ਚ। ਅੱਛਾ। ਕਾਂਸ਼ੀ ਰਾਮ ਜੀ ਦੀ ਅਖਬਾਰ ਸੀਗੀ। ਤੇ ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਖਾੜਕੂ ਮੂਵਮੈਂਟ ਪੂਰੇ ਜ਼ੋਰ 'ਤੇ ਸੀਗੀ। ਤੇ ਸਾਨੂੰ ਵੀ ਬਿਆਨ ਦੇਣ ਤੇ ਆਉਂਦੇ ਹੁੰਦੇ ਸੀ। ਤੇ ਹੁਣ ਬਿਆਨ ਦੇਣ ਆਉਂਦੇ ਸੀ ਤੇ ਲਾਉਣੇ ਤੇ ਪੈਂਦੇ ਸੀ, ਸਭ ਨੂੰ ਲਾਉਣੇ ਪੈਂਦੇ ਸੀ। ਨਹੀਂ ਲਾਉਂਦੇ ਸੀ ਤੇ ਉਹ ਡਾਂਗ ਚੱਕਦੇ ਸੀ, ਲਾਉਂਦੇ ਸੀ ਤੇ ਪੁਲਿਸ ਤੰਗ ਕਰਦੀ ਸੀ। ਉਹ ਇੱਦਾਂ ਕੋਈ ਬਿਆਨ ਦੇਣ ਆਉਂਦੇ ਹੁੰਦੇ, ਉਹਨਾਂ 'ਚੋਂ ਕੋਈ ਅਰੈਸਟ ਹੋ ਗਿਆ, ਰੱਬ ਜਾਣੇ ਕੌਣ ਹੋ ਗਿਆ, ਉਹਨੂੰ ਉਹਨਾਂ ਕੋਈ ਕੀਤਾ ਹੋਊਗਾ, ਇੰਟਰੋਗੇਸ਼ਨ ਕੀਤਾ ਹੋਊਗਾ। ਉਹ ਕਹਿੰਦਾ ਵੀ ਮੈਂ ਤੇਰੀ ਫਲਾਣੇ ਥਾਂ ਦੇ ਕੇ ਆਉਣਾ। ਤੇ ਪਤਾ ਨਹੀਂ ਪੁਲਿਸ ਨੇ ਕੀ ਗੇਮ ਕੋਈ ਸ਼ੁਰੂ ਹੋਈ।
ਤੇ ਸੈਕੰਡ ਡੇ ਮੇਰੀ ਛੁੱਟੀ ਸੀਗੀ, ਮੈਂ ਚਲਾ ਗਿਆ ਪਿੰਡ। ਜਦੋਂ ਮੈਂ ਅਖਬਾਰ ਦੇਖੀ ਤਾਂ ਮੇਰਾ ਨਾਂ ਛਪਿਆ ਹੋਇਆ ਵੀ 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 ਮੈਨੂੰ ਪੁਲਿਸ ਲੱਭ ਰਹੀ ਆ। ਅੱਛਾ। ਤੇ ਮੈਂ, ਮੇਰੇ ਮਾਮਾ ਜੀ ਸੀਗੇ, ਉਹਨਾਂ ਦਾ ਨਾ ਇੱਥੇ SPD ਹੁੰਦੇ ਸੀ ਸੁਰਜੀਤ ਸਿੰਘ, ਉਦੋਂ SSP ਦਫ਼ਤਰ ਹੁੰਦਾ ਸੀ ਜੋਤੀ ਚੌਕ ਲਾਗੇ। ਉਹਨਾਂ ਦੇ ਨੋਨ ਸੀਗੇ, ਉਹਨਾਂ ਨੇ ਫੋਨ ਤੇ ਗੱਲ ਕੀਤੀ ਵੀ ਇੱਦਾਂ ਸਾਡਾ ਮੁੰਡਾ ਵਾ ਤੇ ਉਹਦਾ ਇੱਦਾਂ ਅਖਬਾਰ 'ਚ ਨਾ, ਕਹਿੰਦੇ ਜੀ ਕੋਈ ਗੱਲ ਨਹੀਂ ਹੈਗੀ, ਉੱਥੇ ਨਾ ਕੋਈ ਸਟੇਟਮੈਂਟ ਦੇਣ ਆਇਆ ਸੀ, ਉਹ ਬੰਦੇ ਅਰੈਸਟ ਕੀਤੇ, ਸ਼ਨਾਖਤ ਕਰਾਉਣੀ ਆ। ਮੈਂ ਭਰਾ ਮਾਮਾ ਜੀ ਨੂੰ ਨਾਲ ਲੈ ਕੇ ਤੇ ਉੱਥੇ ਆ ਗਏ ਤੇ ਮੈਂ ਦੌੜਿਆ ਥੋੜ੍ਹੀ ਕਿਤੇ। ਇਹ ਗੱਲ ਹੈਗੀ ਆ 26 ਜੁਲਾਈ ਤੇ 88 ਦੀ। ਮੈਂ ਆਪ ਗਿਆ ਉੱਥੇ, ਮੈਂ ਦੱਸੋ ਕੀ ਗੱਲ ਆ, ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬੈਠੋ ਤੇ ਇਹਨਾਂ ਨੂੰ ਅਸੀਂ 12 ਤਰੀਕ ਤੱਕ ਲੈ ਕੇ ਚੱਲਦੇ ਹਾਂ, ਬੰਦਿਆਂ ਦੀ ਸ਼ਨਾਖਤ ਕਰਾਉਣੀ ਆ। 5 ਮਿੰਟਾਂ 'ਚ ਆ ਕੇ ਮੈਨੂੰ ਟੰਗਤਾ ਉੱਥੇ। ਅੱਛਾ। ਉੱਥੇ ਗਏ ਤੇ ਇੱਥੇ SSP ਹੁੰਦੇ ਸੀ ਮੁਹੰਮਦ ਇਜ਼ਹਾਰ ਆਲਮ ਖਾਨ, ਉਹ ਉੱਥੇ ਬੈਠੇ ਜਾਂਦਿਆਂ ਨੂੰ। ਅੱਛਾ। ਅੱਜ ਵੀ ਉਹ 12 ਤਰੀਕ ਦੇ ਮੈਨੂੰ ਫਲੈਟ ਅੱਜ ਵੀ ਯਾਦ ਆ, ਮੈਂ ਕਦੇ ਕਦੇ ਉੱਧਰ ਗੇੜਾ ਮਾਰਦਾ ਅੱਜ ਵੀ। ਆਲਮਸਣਾ ਚੇਤੇ ਆਉਂਦੀ ਹੈ। ਤੇ ਉੱਥੇ 3-4 ਬੰਦੇ ਹੱਟੇ ਕੱਟੇ ਜੇ ਉਹਨਾਂ ਨੇ, ਪਰ ਉਹਨੇ ਪੱਖੇ ਦੀ ਹੁੱਕ ਹੁੰਦੀ, ਉੱਥੇ ਰੱਸਾ ਪਾ ਕੇ ਰੱਖਿਆ ਸੀ ਪਹਿਲਾਂ ਹੀ, ਪਿੱਛੇ ਹੱਥ ਬੰਨ੍ਹ ਕੇ ਟੰਗਤਾ। ਹੰਸ ਤੋੜਤੇ ਮੇਰੇ, ਦੋਨੋਂ ਮੋਢੇ ਤੋੜਤੇ, ਲੱਤਾਂ, ਕਈ ਕੁਛ ਤੁਹਾਨੂੰ ਕੀ ਦੱਸਾਂ ਮੈਂ ਕੀ ਤੇ ਉਹ ਪਤਾ ਨਹੀਂ ਕੀ ਖਬਰ, ਮੈਨੂੰ ਪਤਾ ਕੀ ਪੁੱਛੀ ਜਾਣ, ਜਿਨ੍ਹਾਂ ਨੂੰ ਪੁੱਛਦਾ ਉਹਨਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ ਬੰਦੇ ਕੌਣ ਆ ਉਹ। ਤੇ ਕਹਿੰਦੇ ਯਾਰੀ ਬੰਦਾ ਬੜਾ ਪੱਕਾ ਹੈ, ਬੰਦਾ ਬੜਾ ਪੱਕਾ। ਮੈਂ ਤਾਂ ਬੇਗੁਨਾਹੀ ਦੇ ਛਿੱਤਰ ਖਾਧੇ ਉੱਥੇ। ਤੇ ਕਈ ਦਿਨ ਮੇਰੀ ਰੈਸਟ ਹੀ ਨਹੀਂ ਪਾਈ। ਤੇ ਉਦੋਂ ਬਾਅਦ 'ਚ ਮੇਰੀ ਰੈਸਟ ਪਤਾ ਕਿੱਦਾਂ ਪਾਈ, ਅਰਬਨ ਸਟੇਟ ਫੇਸ 1 'ਚ ਪੁਲਿਸ ਮੁਕਾਬਲਾ ਹੋਇਆ, ਉੱਥੇ ਅਰੈਸਟ ਕੀਤਾ ਮੈਨੂੰ ਹਥਿਆਰਾਂ ਸਮੇਤ। ਦੁਨੀਆ ਭਰ ਦੇ ਕੇਸ ਇੰਨੇ ਪਾ ਤੇ ਮੈਨੂੰ ਜਲੰਧਰ ਜੇਲ੍ਹ ਨੇ ਰੱਖਿਆ ਹੀ ਨਹੀਂ। ਕਹਿੰਦੇ ਸਿਕਿਉਰਿਟੀ ਜੇਲ੍ਹ ਭੇਜੋ, ਮੈਨੂੰ ਸੰਗਰੂਰ ਭੇਜਤਾ, ਉੱਥੇ ਨਾ ਕੋਈ ਮੁਲਾਕਾਤ ਕਰਨ ਜਾਵੇ। ਉੱਥੇ ਰਿਹਾ ਫਿਰ ਮੈਂ 8-9 ਮਹੀਨੇ। ਅੱਛਾ। ਉਹ ਤੁਹਾਡਾ ਦੋਸਤ ਕੌਣ ਸੀ ਜਿਹਦਾ ਕੇਸ ਪਾਤਾ ਤੁਹਾਡੇ ਤੇ? ਉਹ ਤੁਸੀਂ ਨਾ, ਉਹ ਰਹਿਣ ਤੋਂ ਟੱਕਾ ਹੀ, ਉਹ ਜਿਹਨੇ ਸੁਣਨੀ ਉਹਨੂੰ ਪਤਾ ਲੱਗ ਜਾਣਾ। ਉਹ ਮਰਡਰ ਕੇਸ ਤੁਹਾਡੇ ਤੇ ਪੈ ਗਿਆ ਸੀ। ਬਰੀ ਫਿਰ ਹੋ ਗਏ ਬਾਅਦ 'ਚ ਹੌਲੀ ਹੌਲੀ? ਹਾਂ, 1 ਤਰੀਕ ਤੇ ਜ਼ਮਾਨਤਾਂ ਹੋ ਗਈਆਂ। ਤੇ ਜ਼ਮਾਨਤ ਅੱਜ ਸੰਗਰੂਰ ਜੇਲ੍ਹ ਤੋਂ ਬਾਹਰ ਆਏ, ਉਹੀ ਪੁਲਿਸ ਫੇਰ ਬਾਹਰ ਖੜੀ ਸੀ। ਅੱਛਾ। ਉਹਨਾਂ ਫੇਰ ਚੱਕ ਲਿਆ। ਫਿਰ ਕਿਹੜਾ ਥਾਣਾ ਪੰਜਾਬ ਦਾ ਜਿਹੜਾ ਨਹੀਂ ਘੁਮਾਇਆ ਨਾ ਮੈਨੂੰ, ਹੱਡ ਪੈਰ ਤੋੜ ਕਰਤੇ ਸਾਰੇ। ਜਦੋਂ ਪਿੰਡ ਗਿਆ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਇੰਨਾ ਬੁਰਾ ਹਾਲ ਕੀਤਾ। ਕਿਤੇ ਕੋਈ ਨੈਟਵਰਕ ਸੀਗਾ ਖਾੜਕੂਵਾਦ ਦੀ ਲਹਿਰ ਦੇ ਨਾਲ ਜਾਂ ਜਮਾ ਹੀ ਨਹੀਂ? ਨਹੀਂ, ਮੇਰਾ ਕੋਈ ਨਹੀਂ। ਕਿਉਂਕਿ ਤੁਹਾਡੇ ਇਲਾਕੇ 'ਚ ਤਾਂ ਵੈਸੇ ਸਰਗਰਮੀਆਂ ਬਹੁਤ ਸੀ ਉਹਨਾਂ ਵੇਲਿਆਂ 'ਚ। ਉਹ ਤੋਂ ਉੱਥੋਂ ਆ ਕੇ ਮੈਂ ਫਿਰ ਇਲਾਕਾ ਹੀ ਛੱਡਤਾ। ਉਹ ਮੈਂ ਫਿਰ ਪਟਿਆਲੇ ਚਲਾ ਗਿਆ, ਉੱਥੇ ਰਿਹਾ 10 ਸਾਲ। ਜੇਲ੍ਹ ਤੋਂ ਜਦੋਂ ਤੁਹਾਡੇ ਕੇਸ ਕੁਸ ਖਤਮ ਹੋ ਗਏ? ਹਾਂ, ਕੇਸ ਤਾਂ ਬਾਅਦ 'ਚ ਚੱਲਦੇ ਰਹੇ ਹੋਣੇ? ਨਹੀਂ, ਕੇਸ 6 ਮਹੀਨੇ 'ਚ ਖਤਮ ਹੋ ਗਏ। ਕੇਸ ਦੇ ਕਿਸੇ ਦੇ ਪੱਲੇ ਤੇ ਕੁਛ ਨਹੀਂ ਹੈਗਾ। ਉਹਨੇ ਪੁਲਿਸ ਨੇ ਗਵਾਹ ਖੜੇ ਕੀਤੇ, ਉਹ ਮੁੱਕਰ ਗਏ ਸਾਰੇ। ਕੋਰਟ ਜਾ ਕੇ ਕੋਈ ਬੋਲਿਆ ਹੀ ਨਹੀਂ, ਹੈ ਨਾ। ਜਿੱਦਾਂ ਉੱਥੇ ਕੋਰਟ ਜੱਜ ਸਾਹਿਬ ਕਹਿੰਦੇ ਵੀ ਇਹਦੇ ਕੋਲੋਂ ਜਿਹੜੇ ਤੁਸੀਂ ਐਵੀਡੈਂਸ ਕੀ ਆ ਤੁਹਾਡੇ ਕੋਲ? ਹਥਿਆਰ ਬਰਾਮਦ ਕੀਤੇ ਆ, ਦਿਓ। ਇੱਕ ਦੇਸੀ ਕੱਟਾ ਜਾਂ ਚੱਕੀ ਆਉਣ, ਕਹਿੰਦਾ ਯਾਰ ਇਸ ਕੱਟੇ ਨਾਲ ਤੁਹਾਡਾ 15 ਬੰਦਿਆਂ ਦਾ ਮੁਕਾਬਲਾ ਕਿੱਦਾਂ ਹੋ ਗਿਆ ਇਹਦਾ। ਤੇ ਕਹਿੰਦੇ ਨੇ ਤੁਸੀਂ ਤਾਂ ਟਾਈਗਰ ਤੇ ਦੱਬ ਕੇ ਦਿਖਾ ਦਿਓ ਵੀ ਇਹ ਚੱਲਦਾ ਵੀ ਆ, ਹੈਂ। ਤੇ ਫਿਰ ਇੱਕ ਮਰਡਰ ਪਾਇਆ ਜੀ, ਕਹਿੰਦੇ ਜੀ ਇਹ 'ਚ 3 ਬੰਦੇ ਸ਼ਾਮਲ ਸੀਗੇ। ਕਹਿੰਦੇ ਵੀ ਕਨਵੀਨਸ ਕਿਹੜੀ ਸੀ? ਇੱਕ ਹੋਮਗਾਰਡ ਆ, ਮੋਢੇ 'ਤੇ ਸਾਈਕਲ ਚੱਕੀ ਆਵੇ। ਉਹ ਜੱਜ ਸਾਹਿਬ ਕਹਿੰਦੇ ਵੀ ਮੈਨੂੰ ਸਾਈਕਲ 'ਤੇ 2 ਬੰਦੇ ਬਹਿ ਕੇ ਤਾਂ ਵਿਖਾ ਦਿਓ। ਉਹ 1 ਤਰੀਕ ਤੇ ਮੇਰੀਆਂ ਮਤਲਬ ਸਾਰੇ ਜ਼ਮਾਨਤਾਂ ਹੋ ਗਈਆਂ ਟੋਟਲੀ, ਤੇ 2-3 ਤਰੀਕਾਂ ਪੈ ਕੇ ਸਾਰੇ ਕੇਸ ਖਤਮ ਹੋ ਗਏ। ਉਦੋਂ ਬਾਅਦ ਫਿਰ ਮੈਂ ਇਲਾਕਾ ਹੀ ਛੱਡਤਾ। ਉਹ ਮੈਂ ਮੁੜ ਕੇ 8-10 ਸਾਲ ਪਿੰਡ ਵੀ ਨਹੀਂ ਵੜਿਆ। ਹਾਲਾਤ ਨੋਰਮਲ ਹੋਏ ਫਿਰ ਜਾਣ ਲੱਗਾ। ਇੱਧਰ ਫਿਰ ਪਟਿਆਲੇ ਦੇ ਵਿੱਚ ਨੌਕਰੀ ਕਦੋਂ ਕੁ ਮਿਲ ਗਈ ਤੁਹਾਨੂੰ ਅਖਬਾਰ ਦੇ ਵਿੱਚ? ਉਹ ਮੈਂ 91 ਵਿੱਚ।
ਤੇ ਇਸੇ ਦੌਰਾਨ ਹੀ ਮਿਊਜ਼ਿਕ ਲਾਈਨ ਦੇ ਨਾਲ ਅਟੈਚ ਹੋ ਗਏ। ਇਹ ਕਿਵੇਂ ਰਾਬਤਾ ਕਾਇਮ ਹੁੰਦਾ ਰਿਹਾ ਜਾਂ ਪਹਿਲਾਂ ਗੀਤ ਮਿਊਜ਼ਿਕ ਲੈ ਮੈਂ ਜਦੋਂ ਚੜ੍ਹਦੀ ਕਲਾ 'ਚ ਕੰਮ ਕਰਦਾ ਸੀ ਨਾ ਤਾਂ ਇੱਕ ਪ੍ਰੋਗਰਾਮ ਸੀਗਾ ਵਿਸ਼ਕਰਮਾ ਭਵਨ ਖੰਨੇ, ਓਕੇ ਉਹਦੀ ਕਵਰੇਜ ਵਾਸਤੇ ਆਇਆ ਸੀ ਮੈਂ, ਤੇ ਉੱਥੇ ਮੈਨੂੰ ਮਿਲਿਆ ਲਾਭ ਜੰਜੂਆ। ਉਹਨੇ ਉੱਥੇ ਗਾਣਾ ਗਾਇਆ ਕਿ ਗੁਰਭਜਨ ਗਿੱਲ ਹੋਰਾਂ ਦਾ, ਖੰਭ ਖਿਲਰੇ ਨੇ ਕਾਵਾਂ ਦੇ, ਰੋਕ ਲੋ ਨਿਸ਼ਾਨੇਬਾਜ਼ੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ। ਮੈਨੂੰ ਬਹੁਤ ਅੱਛਾ ਲੱਗਾ ਉਹ, ਤੇ ਮੈਂ ਕਿਹਾ ਯਾਰ ਇਸ ਬੰਦੇ ਬਾਰੇ ਕੋਈ ਲਿਖਿਆ ਜਾਵੇ ਜਿਹੜਾ ਮਤਲਬ ਇਸ ਮਾਹੌਲ ਦੇ ਵਿੱਚ ਇੱਦਾਂ ਦੇ ਗਾਣੇ ਗਾਉਣ ਦੀ ਹਿੰਮਤ ਦਿਖਾ ਰਿਹਾ। ਤੇ ਉਹ ਪਹਿਲਾ ਕਲਾਕਾਰ ਸੀ ਜਿਹਦੇ ਬਾਰੇ ਮੈਂ ਲਿਖਿਆ। ਉਹਦੇ ਥਰੂ ਫਿਰ ਮੈਂ ਸਰਦੂਲ ਭਾਜੀ ਨੂੰ ਮਿਲਿਆ, ਉਹਦੇ ਥਰੂ ਬਾਕੀ ਹੋਰ ਕਈਆਂ ਕਲਾਕਾਰਾਂ ਨੂੰ ਮਿਲਿਆ। ਚਰਨਜੀਤ ਹੂਜਾ ਸਾਹਿਬ ਨੂੰ ਵੀ ਮੈਂ ਸਰਦੂਲ ਭਾਜੀ ਦੇ ਘਰੇ ਮਿਲਿਆ। ਤੇ ਹੂਜਾ ਸਾਹਿਬ ਕੋਲ ਜਾਣ ਤੋਂ ਬਾਅਦ ਫਿਰ ਤਾਂ ਤਕਰੀਬਨ ਯਾਰ ਲਿਖਣ ਦਾ ਸਿਲਸਿਲਾ ਕਦੋਂ ਕੁ ਸ਼ੁਰੂ ਹੋ ਗਿਆ? ਗੀਤ ਲਿਖਣ ਤਾਂ ਪਹਿਲਾਂ ਹੀ ਲੱਗੇ ਖੈਰ। ਨਹੀਂ, ਮੈਂ ਗਾਣੇ ਨਹੀਂ ਸੀ ਲਿਖਦਾ, ਮੈਂ ਗਜ਼ਲ ਲਿਖਦਾ ਸੀ ਬੇਸਿਕਲੀ। ਗੀਤ ਕਦੋਂ ਕੁ ਲਿਖਦੇ ਸੀ? ਗੀਤ ਜਦੋਂ ਹੂਜਾ ਸਾਹਿਬ ਦੀ ਸੰਗਤ ਕੀਤੀ 7-8 ਸਾਲ। ਉਹ ਕੀ ਜਨੂਨ ਸੀ ਕਿ ਹੂਜਾ ਸਾਹਿਬ ਕੋਲ ਚਲੇ ਗਏ? ਮੈਂ ਗਿਆ ਨਹੀਂ ਅਸਲ 'ਚ ਨਾ। ਉਹਨਾਂ ਦਿਨਾਂ 'ਚ ਇੱਕ ਹੰਸਰਾਜ ਦੀ ਕੈਸਟ ਆਈ ਸੀਗੀ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਉਹਦੇ ਖਿਲਾਫ ਕੁਝ ਅਖਬਾਰਾਂ ਦੇ ਵਿੱਚ ਲਿਖਿਆ ਗਿਆ, ਤੇ ਉਹਦੇ ਜਵਾਬ ਵਿੱਚ ਮੈਂ ਇੱਕ ਆਰਟੀਕਲ ਲਿਖਿਆ, ਉਹ ਪੰਜਾਬੀ ਟ੍ਰਿਬਿਊਨ 'ਚ ਛਪਿਆ, ਉਹ ਅਜੀਤ ਵਿੱਚ ਛਪਿਆ। ਤੇ ਉਹ ਪੜ੍ਹ ਕੇ ਮੈਨੂੰ ਹੂਜਾ ਸਾਹਿਬ ਦਾ ਖਤ ਆਇਆ ਕਿ ਤੁਸੀਂ ਬਹੁਤ ਵਧੀਆ ਕੀਤਾ ਵਾ, ਕਿਤੇ ਦਿੱਲੀ ਆਓ ਤੇ ਮੈਨੂੰ ਮਿਲਿਓ। ਪਰ ਹੂਜਾ ਸਾਹਿਬ ਨੇ ਉਹ 'ਚ ਆਪਣਾ ਐਡਰੈਸ ਨਹੀਂ ਲਿਖਿਆ, ਥੱਲੇ ਡੇਟ ਤੇ ਦਿੱਲੀ, ਬਸ ਇੰਨਾ ਲਿਖਿਆ। ਮੈਂ ਹੂਜਾ ਸਾਹਿਬ ਦਾ ਐਡਰੈਸ ਮੰਗਿਆ ਬੜੇ ਕਲਾਕਾਰਾਂ ਕੋਲੋਂ ਜਿਹੜੇ ਉਹਨਾਂ ਦਿਨਾਂ 'ਚ ਰਾਤ ਦਿਨ ਉੱਥੇ ਰਹਿੰਦੇ ਹੁੰਦੇ ਸੀ, ਮੈਨੂੰ ਐਡਰੈਸ ਨਹੀਂ ਦਿੱਤਾ ਕਿਸੇ ਨੇ। ਇੱਕ ਦਿਨ ਮੈਨੂੰ ਲਾਭ ਜੰਜੂਗੇ ਦਾ ਫੋਨ ਆਇਆ ਪਟਿਆਲੇ, ਕਹਿੰਦਾ ਵੀ ਬੱਲ ਕਿੱਥੇ ਆ ਸਵੇਰੇ? ਮੈਂ ਕਿਹਾ ਵੀ ਇੱਥੇ ਹੀ ਆ। ਕਹਿੰਦਾ ਸਵੇਰੇ ਫਿਰ ਤੂੰ 8 ਵਜੇ ਖੰਨੇ ਪਹੁੰਚ ਜਾ, ਤੈਨੂੰ ਇੱਕ ਬੰਦਾ ਮਿਲਾਉਣਾ। ਮੈਂ ਕਿਹਾ ਕਿਹੜਾ ਬੰਦਾ? ਕਹਿੰਦੇ ਤੂੰ ਆ ਜਾ ਬਸ। ਮੈਂ ਸਵੇਰੇ ਗਿਆ, ਮੈਨੂੰ ਸਰਦੂਲ ਭਾਜੀ ਦੇ ਘਰ ਲੈ ਗਿਆ, ਤੇ ਕਹਿੰਦੇ ਵੀ ਮੈਂ ਸਰਦੂਲ ਭਾਜੀ ਨੂੰ ਤਾਂ ਬਹੁਤ ਵਾਰੀ ਮਿਲਿਆ ਮੈਂ। ਕਹਿੰਦੇ ਨਹੀਂ ਹੂਜਾ ਸਾਹਿਬ ਆਏ ਹੋਏ ਆ। ਤੇ ਮੈਨੂੰ ਨਾ ਯਕੀਨ ਜਿਹਾ ਨਾ ਆਵੇ ਹੂਜਾ ਸਾਹਿਬ ਆਏ ਹੋਇਆ, ਮੈਂ ਉਹਨਾਂ ਨੂੰ ਮਿਲਣਾ ਹੈ ਅੱਜ ਨਾ। ਐਡਾ ਵੱਡਾ ਨਾਂ ਉਹਨਾਂ ਦੇ, ਅਸੀਂ ਭਗਤ ਹਾਂ ਉਹਨਾਂ ਦੇ ਅੱਜ ਵੀ। ਤੇ ਉਹ ਕੀ ਹੋਇਆ, ਅਸੀਂ ਡਰਾਇੰਗ ਰੂਮ 'ਚ ਬੈਠੇ ਤੇ ਇਹ ਤਿਆਰ ਹੋ ਕੇ ਬਾਹਰ ਜਾ ਕੇ ਗੱਡੀਆਂ 'ਚ ਬੈਠ ਗਏ। ਤੇ ਹੂਜਾ ਸਾਹਿਬ ਨੂੰ ਮੈਂ ਮਿਲਿਆ ਤਾਂ ਨਹੀਂ, ਪਰ ਜਦੋਂ ਲੰਘ ਕੇ ਗਿਆ ਮੈਂ ਪਛਾਣ ਲਿਆ, ਫੋਟੋ ਦੇਖੀ ਦੀ ਅਸੀਂ ਰੈਪਰਾਂ 'ਤੇ। ਤੇ ਮੈਂ ਲਾਭ ਨੂੰ ਕਿਹਾ, ਮੈਂ ਕਿਹਾ ਵੀ ਉਹ ਤਾਂ ਚਲੇ ਗਏ ਯਾਰ, ਆਪਾਂ ਬੈਠੇ ਹਾਂ। ਕਹਿੰਦਾ ਯਾਰ ਕੋਈ ਨਹੀਂ, ਹੁਣ ਛੇਤੀ ਆ। ਮੈਂ ਉੱਠਿਆ, ਮੈਂ ਬਾਹਰ ਗੱਡੀ ਜਾ ਕੇ ਨਾ ਸ਼ੀਸ਼ਾ ਨੌਕ ਕੀਤਾ, ਮੈਨੂੰ ਕਹਿੰਦੇ ਵੀ ਦੱਸੋ। ਮੈਂ ਦੱਸਿਆ ਵੀ ਹਰਜਿੰਦਰ ਵੱਲ। ਹਾਂ, ਉੱਠ ਕੇ ਬਾਹਰ ਆ ਕੇ ਮੈਨੂੰ ਮਿਲੇ, ਅੰਦਰ ਆ ਕੇ ਕਹਿੰਦੇ ਚਲੋ ਅੰਦਰ ਬੈਠਦੇ ਹਾਂ। ਤੇ ਸਰਦੂਲ ਭਾਜੀ ਨੂੰ ਕਹਿੰਦੇ ਵੀ ਆਪਾਂ ਲੇਟ ਚੱਲਦੇ ਹਾਂ, ਮੈਂ ਬੰਦੇ ਨਾਲ ਗੱਲ ਕਰਨੀ ਆ। ਅਸੀਂ ਤਿੰਨੋਂ ਬੈਠੇ, ਮੈਂ ਤੇ ਲਾਭ ਜੰਜੂਆ ਤੇ ਹੂਜਾ ਸਾਹਿਬ। ਮੈਨੂੰ ਕਹਿੰਦੇ ਵੀ ਕੀ ਕਰਦਾ ਹੁੰਦਾ? ਮੈਂ ਕਿਹਾ ਵੀ ਚੜ੍ਹਦੀ ਕਲਾ 'ਚ ਇੱਦਾਂ ਜੋਬ ਆ। ਉਹਨਾਂ ਦਿਨਾਂ 'ਚ ਮੇਰੀ ਸਿਹਤ ਬਹੁਤ ਡਾਊਨ ਸੀਗੀ, ਕੋਈ ਅਲਸਰ ਕਰਕੇ ਮੈਨੂੰ ਪ੍ਰੋਬਲਮ ਚੱਲਦੀ। ਅਖਬਾਰ ਦਾ ਦਫ਼ਤਰ ਵੀ ਪਰਾਂ ਹੁੰਦਾ ਸੀ ਉਦੋਂ ਦਾ? ਪਰੇ ਹੁੰਦਾ ਸੀ, ਉਹ ਸ਼ੇਰੇ ਪੰਜਾਬ ਮਾਰਕੀਟ ਲਾਗੇ। ਮੈਨੂੰ ਕਹਿੰਦੇ ਵੀ ਅਸੀਂ ਕੈਸਰ ਕੰਪਨੀ ਸ਼ੁਰੂ ਕਰ ਰਹੇ ਹਾਂ, ਸਜਦਾ, ਉਹਦੇ ਲਈ ਕੰਮ ਕਰੋ ਤੁਸੀਂ, ਮਤਲਬ ਮੀਡੀਆ ਸੰਭਾਲੋ ਸਾਰਾ, ਐਡਵਰਟਾਈਜ਼ਮੈਂਟ ਡਿਪਾਰਟਮੈਂਟ, ਇਹ ਸਾਰਾ ਤੁਸੀਂ ਸੰਭਾਲੋ। ਮੈਂ ਕਿਹਾ ਠੀਕ ਆ। ਪਹਿਲਾਂ ਇਹਨਾਂ ਦਾ ਕੰਮ ਦੇਖਦੇ ਸੀ ਸ਼ਮਸ਼ੇਰ ਸੰਧੂ ਸਾਹਿਬ। ਲਾਭ ਨੂੰ ਕਹਿੰਦੇ ਵੀ ਤੂੰ ਹੁਣੇ ਹੀ ਬੱਸ ਫੜ ਤੇ ਤੂੰ ਸ਼ਮਸ਼ੇਰ ਸੰਧੂ ਕੋਲ ਜਾ ਕੇ ਕੋਈ ਸਮਾਨ ਪਿਆ ਮੇਰਾ ਉਹ ਲਿਆ। ਹਾਂਜੀ, ਉਹ ਲਿਆ ਕੇ ਫਿਰ ਦੂਏ ਦਿਨ ਮੈਨੂੰ ਫੇਰ ਬੁਲਾਇਆ। ਮੈਨੂੰ ਕਹਿੰਦੇ ਵੀ ਤੂੰ ਨਾ ਮਤਲਬ ਅਸੀਂ ਸਰਦੂਲ ਭਾਜੀ ਦੀ ਟੇਪ ਰਿਲੀਜ਼ ਕਰ ਰਿਹਾ ਸੀ ਉਦੋਂ ਉਹਨਾਂ ਦਿਨਾਂ 'ਚ। ਉਹ ਸਜਦਾ ਕੰਪਨੀ ਦਾ ਇਹਨਾਂ ਬਾਅਦ 'ਚ ਨਾਮ ਬਦਲ ਕੇ ਸਾਗਾ ਰੱਖ ਲਿਆ ਸੀਗਾ। ਪ੍ਰਵੀਨ ਹੋਰਾਂ ਦੇ ਨਾਲ, ਮਹਾਜਨ ਦੇ ਨਾਲ ਉਦੋਂ ਹੀ ਸਾਂਝ ਪਈ ਸੀ ਇਹਨਾਂ ਦੀ, ਜਾਂ ਬਾਅਦ 'ਚ ਖਰੀਦੀ ਉਹਨਾਂ ਨੇ ਫਿਰ ਉਹ? ਨਹੀਂ, ਪਹਿਲਾਂ ਇਹ ਇਕੱਠੇ ਸੀ ਦੋਨੋਂ। ਉਹਨਾਂ ਮਿਊਜ਼ਿਕ ਬੈਂਕ ਬਾਅਦ 'ਚ ਖਰੀਦੀ ਸੀਗੀ। ਮਿਊਜ਼ਿਕ ਬੈਂਕ ਦੀ ਕੈਟਾਲੌਗ ਇਹਨਾਂ ਜਿਹੜੀ 2 ਸਾਲ ਬਾਅਦ ਖਰੀਦ ਲਈ ਸੀ ਮੇਰਾ ਖਿਆਲ, 93-94 ਦੇ ਵਿੱਚ। ਤੇ ਉਹ ਫਿਰ ਤੇ ਕਹਿੰਦੇ ਵੀ ਸਰਦੂਲ ਭਾਜੀ ਦੀ ਕੈਸਟ ਤੋਂ ਆਉਣੀ ਸੀ, ਮੈਨੂੰ ਕਹਿੰਦੇ ਵੀ ਇਹ ਇੱਦਾਂ ਅਖਬਾਰਾਂ ਵਿੱਚ ਇੱਦਾਂ ਦੀ ਐਡਵਰਟਾਈਜ਼ਮੈਂਟ ਦੇਣੀ ਆ ਤੇ ਇਹ ਤੁਸੀਂ ਦੇਖੋ। ਉਹ ਮੇਰੀ ਪਹਿਲੀ ਮਿਲਣੀ ਸੀਗੀ। ਉਦੋਂ ਬਾਅਦ ਉੱਥੇ ਆਉਣਾ ਜਾਣਾ ਸ਼ੁਰੂ ਹੋ ਗਿਆ।
ਉਦੋਂ ਤੱਕ ਮੈਂ ਗਾਣੇ ਨਹੀਂ ਸੀ ਲਿਖਦਾ। ਉੱਥੇ ਜਾ ਕੇ ਫਿਰ ਦਿੱਲੀ ਆਮ ਆਉਣ ਜਾਣ ਹੋ ਗਿਆ। ਕਈ ਵਾਰੀ ਇੱਦਾਂ ਹੋ ਗਿਆ ਵੀ ਮੈਂ ਪਟਿਆਲੇ ਤੋਂ ਡੇਲੀ ਅਪ ਡਾਊਨ ਕਰਨਾ ਦਿੱਲੀ। ਸਵੇਰੇ 5 ਵਜੇ ਬੱਸ ਫੜਨੀ, ਉੱਥੋਂ 8 ਵਜੇ ਆਖਰੀ ਬੱਸ ਫੜਨੀ 6 ਵਜੇ, ਅਤੇ 11 ਵਜੇ ਪਟਿਆਲੇ, ਸਵੇਰੇ ਫਿਰ ਉੱਠ ਕੇ ਦਿੱਲੀ। ਓਕੇ। ਉੱਥੇ ਗੀਤਕਾਰ ਬੜੇ ਅੱਛੇ ਸੀਗੇ। ਉਸ ਤੋਂ ਪਹਿਲਾਂ ਜਿਹੜੀ ਗੀਤਾਂ ਦੀ ਮੇਰੀ ਚੋਇਸ ਸੀ ਨਾ, ਬਹੁਤੀ ਵਧੀਆ ਨਹੀਂ ਸੀ ਹੈਗੀ। ਜਿੱਦਾਂ ਦੇ ਪਿੰਡਾਂ 'ਚ ਬਾਕੀ ਮੇਰੇ ਹਾਣੀ ਗਾਣੇ ਸੁਣਦੇ, ਉੱਦਾਂ ਦੇ ਮੋਟਰਾਂ 'ਤੇ ਹੀ ਗਾਣੇ ਸੁਣਦੇ ਹੁੰਦੇ ਸੀ, ਪਰ ਉਹ ਚੰਗੇ ਨਹੀਂ ਲੱਗਦੇ ਹੁੰਦੇ। ਮੈਨੂੰ ਖਿਝ ਉਦੋਂ ਵੀ ਕਰਦੀ ਹੁੰਦੀ, ਪਰ ਜਦੋਂ ਸਾਰੀ ਮੰਡੀਰ ਸੁਣਦੀ ਹੋਵੇ, ਵਿੱਚ ਬੈਠੇ ਤੁਹਾਨੂੰ ਸੁਣਨੇ ਪੈਣੇ ਆ। ਸਹੀ ਹੈ। ਅਤੇ ਉੱਥੇ ਮੇਰੀ ਮਤਲਬ ਉੱਥੇ ਜਿਹੜੇ ਸਭ ਤੋਂ ਵੱਡੇ ਗੀਤਕਾਰ ਉੱਥੇ ਸੀਗੇ, ਉਹ ਜਿਵੇਂ ਦਵਿੰਦਰ ਖੰਨੇਵਾਲਾ ਹੋ ਗਏ, ਦੇਬੀ ਮਖਸੂਸਪੁਰੀ, ਜਸਬੀਰ ਗੁਣੇ ਚੌਰੀਆ, ਵਿਜੇ ਧੰਮੀ, ਇਹਨਾਂ ਸਾਰਿਆਂ ਦੇ ਨਾਲ ਮੇਲ ਜੋਲ, ਸਾਰੇ ਸਿੰਗਰਾਂ ਦੇ ਨਾਲ ਮਤਲਬ ਬਹੁਤ ਨੇੜਤਾ ਹੋ ਗਈ। ਫਿਰ ਸਰਦੂਲ ਸਿਕੰਦਰ ਹੋਰੀ, ਹਰਭਜਨ ਮਾਨ, ਹੰਸਰਾਜ ਹੰਸ, ਗੁਰਦਾਸ ਮਾਨ ਜੀ, ਸਤਿੰਦਰ ਸ਼ਿੰਦਾ, ਮਤਲਬ ਕੋਈ ਕਲਾਕਾਰ ਨਹੀਂ ਜਿਹੜਾ ਉੱਥੇ ਨਹੀਂ ਸੀ ਹੁੰਦਾ ਉਦੋਂ। ਤਦ ਤੱਕ ਮੈਂ ਗਾਣੇ ਨਹੀਂ ਸੀ ਲਿਖਦਾ। ਅਤੇ ਉਹ ਜਿਹੜਾ ਮਾੜੇ ਗਾਣੇ ਹੁੰਦੇ ਸੀ ਨਾ, ਉਹ ਫਿਰ ਉਦੋਂ ਤਕਲੀਫ ਦੇਣ ਲੱਗ ਪਏ ਵੀ ਇਹ ਯਾਰ ਬੰਦੇ ਇੰਨਾ ਵਧੀਆ ਕੰਮ ਕਰ ਰਹੇ ਆ। ਅਤੇ ਫਿਰ ਮਾੜਾ ਮੋਟਾ ਲਿਖਣਾ ਸ਼ੁਰੂ ਕੀਤਾ, ਉਹਦੀ ਵਿਰੋਧਤਾ ਸ਼ੁਰੂ ਹੋ ਗਈ। ਅਤੇ ਮੈਨੂੰ ਹੁਜਾ ਸਾਹਿਬ ਕਹਿੰਦੇ ਵੀ ਤੂੰ ਗਾਣੇ ਨਹੀਂ ਲਿਖਦਾ। ਮੈਂ ਕਿਹਾ ਜੀ ਮੈਂ ਗਾਣੇ ਨਹੀਂ ਲਿਖਦਾ, ਪਰ ਮੈਂ ਕਿਤੇ ਕਿਤੇ ਨਾ ਕਰਨ ਲੱਗ ਪਿਆ, ਸ਼ੁਰੂ ਹੋ ਗਿਆ ਹੌਲੀ ਹੌਲੀ। ਮੈਂ 2-3 ਸਾਲ ਗੁਜ਼ਰ ਗਏ, ਮੇਰੀ ਹਿੰਮਤ ਨਹੀਂ ਪੈਂਦੀ ਵੀ ਮੈਂ ਹੁਜਾ ਸਾਹਿਬ ਨੂੰ ਕਹਾਂ ਮੈਂ ਵੀ ਗਾਣਾ ਲਿਖਦਾ ਹੁਣ, ਹੈ ਨਾ। ਹਾਲਾਂਕਿ ਮੇਰਾ ਕਿਹਾ ਨਹੀਂ ਸੀ ਮੋੜਦੇ ਉਹ, ਮੈਂ ਅਤੇ ਪਰ ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਵੀ ਇੰਨੇ ਵੱਡੇ ਨਾਂ ਹੈ, ਅਤੇ ਮੈਂ ਤਾਂ ਉੱਥੇ ਉੱਥੇ ਮੇਰੀ ਕੀ ਔਕਾਤ ਹੈ। ਇੱਕ ਵਾਰ ਨਾ ਪਰਮਿੰਦਰ ਸੰਧੂ ਦੀ ਰਿਕਾਰਡਿੰਗ ਹੋਣੀ ਸੀ, ਅਤੇ ਮੈਂ ਨਾ ਡਰਦੇ ਡਰਦੇ ਉਹਨੂੰ ਗਾਣਾ ਦਿਖਾਇਆ ਇੱਕ। ਮੈਨੂੰ ਕਹਿੰਦੇ ਵੀ, ਮੈਂ ਭਾਜੀ ਮੈਂ ਵੀ ਗਾਣਾ ਲਿਖਿਆ, ਅਤੇ ਕਹਿੰਦੇ ਦਿਓ। ਮੈਂ ਉਹਨਾਂ ਨੂੰ 2 ਗਾਣੇ ਦਿੱਤੇ। ਇੱਕ ਤਾਂ ਨਾ ਪਰਮਿੰਦਰ ਸੰਧੂ ਦੀ ਕੈਸਟ ਆਈ ਸੀ, ਆਜਾ ਦੋਵੇਂ ਨੱਚੀਏ, ਉਹ 'ਚ ਰਿਕਾਰਡ ਕਰ ਲਿਆ। ਇੱਕ ਉਹਨਾਂ ਦਿਨਾਂ 'ਚ ਇਹਨਾਂ ਨੇ ਜੈਦੇਵ ਨੂੰ ਇੱਕ ਕੈਸਟ ਦਿੱਤੀ, ਵੀਨਸ ਕੰਪਨੀ ਦੀ। ਵੀਨਸ ਵਾਸਤੇ ਇੱਕ ਟੇਪ ਰਿਕਾਰਡ ਕੀਤੀ, ਲਾਭ ਜੰਜੂਗੇ ਦੀ। ਪ੍ਰੋਜੈਕਟ ਜੈਦੇਵ ਨਹੀਂ ਕਰਨਾ ਸੀ। ਜਿੱਥੋਂ ਤੱਕ ਮੈਨੂੰ ਯਾਦ ਆ, ਜੈਦੇਵ ਦੀ ਉਹ ਪਹਿਲੀ ਕੈਸਟ ਸੀ ਜਿਹੜੀ ਜੈਦੇਵ ਦੇ ਮਤਲਬ ਆਪਣੇ ਮਿਊਜ਼ਿਕ ਵਿੱਚ ਆਈ ਹੋਵੇ। ਉਹ ਸੀ ਦੇ ਪੱਕੀਆਂ ਤਰੀਕਾਂ ਕੁੜੀਏ, ਵੀਨਸ ਵਿੱਚ ਆਈ। ਉਹਦੇ ਵਿੱਚ ਉਹਨਾਂ ਮੇਰਾ ਗਾਣਾ ਲਾਭ ਨੂੰ ਕਹਿੰਦੇ ਵੀ ਰਿਕਾਰਡ ਕਰ। ਉਹ ਕਹਿੰਦੇ ਉਹਨੂੰ ਆਪਣੇ ਜੈਦੇਵ ਕੁਮਾਰ ਜੀ ਨੂੰ, ਅਤੇ ਉਹਦੇ ਵਿੱਚ ਰਿਕਾਰਡ ਹੋਇਆ, 2 ਗਾਣੇ ਹੋ ਗਏ। ਫਿਰ ਇੱਕ ਜੈਦੇਵ ਨੇ ਟੇਪ ਕੀਤੀ ਗਿੱਲ ਹਰਦੀਪ ਦੀ, ਜੱਟਾਂ ਨੇ ਪੀਣੀ ਦਾਰੂ, ਪੀਣੀ ਹੈ ਸਿਰ ਤੋਂ ਵਾਰ ਕੇ। ਉਹਦੇ ਵਿੱਚ ਹੁਜਾ ਸਾਹਿਬ ਕਹਿੰਦੇ ਕੋਈ ਗਾਣਾ ਹੈਗਾ, ਮੈਂ ਕਿਹਾ ਇਹ ਹੈਗਾ। ਉਹਨਾਂ ਫਿਰ ਜੈਦੇਵ ਨੂੰ ਦਿੱਤਾ। ਅੱਛਾ, ਗਿੱਲ ਦੀ ਟੇਪ 'ਚ ਕਿਹੜਾ ਕੀ ਸੀਗਾ? ਆਜਾ ਨੱਚ ਲੈ, ਆਜਾ ਨੱਚ ਲੈ, ਹੱਥਾਂ 'ਚ ਪਾ ਕੇ ਹੱਥ ਕੁੜੀਏ, ਇੱਦਾਂ ਕਰਕੇ ਸੀ ਕੁਛ। ਹੁਣ ਨਹੀਂ ਚੰਗਾ ਲੱਗਦਾ ਮੈਨੂੰ ਉਹ, ਉਦੋਂ ਮੁੱਢਲੇ ਦੌਰ ਦੇ ਗਾਣੇ ਆ ਉਹ। ਜੋ ਵੀ ਹੈ। ਅਤੇ ਫਿਰ ਇਹਨਾਂ ਨੇ ਇੱਕ ਹੁਜਾ ਸਾਹਿਬ ਨੇ ਕੈਸਟ ਕੀਤੀ ਸੀ ਗੁਰਿੰਦਰ ਪੱਡਿਆ ਦੀ, ਉਹਦੇ ਵਿੱਚ ਇਹਨਾਂ ਮੇਰਾ ਗਾਣਾ ਰਿਕਾਰਡ ਕੀਤਾ। ਅਤੇ ਉਸ ਤੋਂ ਬਾਅਦ ਮੇਰਾ ਹੁਜਾ ਸਾਹਿਬ ਦੀ ਸਿਹਤ ਡਾਊਨ ਹੋ ਗਈ ਬਹੁਤ। ਉਸ ਤੋਂ ਬਾਅਦ ਫਿਰ ਨਾ ਕੁਛ ਟਾਈਮ ਕੰਮ ਨਹੀਂ ਕੀਤਾ। ਉਦੋਂ ਬਾਅਦ ਫਿਰ ਫਿਰੋਜ਼ ਖਾਨ ਦੀ ਕੈਸਟ ਹੋਈ 97 'ਚ, ਸਾਗਾ 'ਚ। ਫਿਰੋਜ਼ ਦੀ ਵੀ ਪਹਿਲੀ ਕੈਸਟ ਸੀ, ਅਤੇ ਇੱਕ ਗੀਤਕਾਰ ਦੇ ਤੌਰ 'ਤੇ ਮੈਂ ਕਹਿੰਦਾ ਮੇਰੀ ਸ਼ੁਰੂਆਤ ਉੱਥੋਂ ਹੁੰਦੀ ਹੈ। ਇਹ ਤੇਰੀ ਮੈਂ ਹੋ ਨਾ ਸਕੀ ਸੀ। ਤੇਰੀ ਮੈਂ ਹੋ ਨਾ ਸਕੀ 97 'ਚ ਆਈ ਸੀ। ਫਿਰੋਜ਼ ਨੂੰ ਭੇਜਿਆ ਸੀ ਤੇਜਵੰਤ ਕਿੱਟੂ ਨੇ, ਹੁਜਾ ਸਾਹਿਬ ਕੋਲ, ਤੁਹਾਡੇ ਕੋਲ ਨਹੀਂ, ਜੈਦੇਵ ਕੁਮਾਰ ਨੂੰ ਕਿਹਾ ਸੀ ਵੀ ਇੱਦਾਂ ਇੱਕ ਮੁੰਡਾ ਰਿਕਾਰਡ ਕਰਨਾ ਹੈ। ਅਤੇ ਮੈਨੂੰ ਮਹਾਜਨ ਸਾਹਿਬ ਕਹਿੰਦੇ ਵੀ ਇੱਦਾਂ ਇੱਕ ਕੋਈ ਫਿਰੋਜ਼ ਖਾਨ ਨਾਂ ਦਾ ਮੁੰਡਾ ਹੈ, ਉਹਨੂੰ ਲੈ ਕੇ ਆਉਣਾ ਹੈ ਨਾਲ, ਕਿੱਟੂ ਨੂੰ ਪੁੱਛੀ ਉਹ ਕਿੱਥੇ ਆ। ਫਿਰ ਕਿੱਟੂ ਨੇ ਇਹਨੂੰ ਬੁਲਾਇਆ ਇੰਦਰਲੋਕ ਸਟੂਡੀਓ, ਉੱਥੋਂ ਮੈਂ ਫਿਰੋਜ਼ ਨੂੰ ਨਾਲ ਲੈ ਕੇ ਆਇਆ, ਪਟਿਆਲੇ ਲੈ ਕੇ ਗਿਆ ਨਾਲ, ਉੱਥੋਂ ਫਿਰ ਦਿੱਲੀ ਲੈ ਕੇ ਗਏ ਇਹਨੂੰ। ਅਤੇ ਉਹਨਾਂ ਦਿਨਾਂ 'ਚ ਰਿਕਾਰਡਿੰਗ 'ਤੇ ਮਿਹਨਤ ਬਹੁਤ ਹੁੰਦੀ ਸੀ। ਪਹਿਲਾਂ ਮਹੀਨਾ 2-2 ਮਹੀਨੇ ਸੈਟਿੰਗ ਕਰਦੇ ਹੁੰਦੇ ਸੀ, ਅਤੇ ਉਦੋਂ ਗਾਣੇ ਗੂਣੇ ਤਾਂ ਨਹੀਂ ਸੀ ਐਡਾ। ਅਤੇ ਮੈਨੂੰ ਜੈਦੇਵ
ਦੇ ਨਾਲ ਕਾਫੀ ਨੇੜਤਾ ਹੋ ਚੁੱਕੀ ਤਦ ਤੱਕ। ਤੇ ਮੈਨੂੰ ਕਹਿੰਦੇ ਭਾਜੀ ਤੁਸੀਂ ਗਾਣਾ ਦਿਓ ਕੋਈ, ਕਹਿੰਦੇ ਮੇਰੇ ਕੋਲ ਇੱਕ ਆਈਡੀਆ ਹੈਗਾ ਹੈ। ਇਹਨਾਂ ਨੇ ਹਾਰਮੋਨੀਅਮ ਲੈ ਕੇ ਨਾ ਮੈਨੂੰ ਸਿਰਫ ਇੰਨੀ ਲਾਈਨ ਸੁਣਾਈ ਤੇ ਕਹਿੰਦੇ ਮੈਨੂੰ ਚਾਹੀਦਾ ਵੀ ਜਿਹਦੇ 'ਚ ਹੋਵੇ ਵੀ ਤੇਰੀ ਮੈਂ ਹੋ ਨਾ ਸਕੀ, ਉਸ ਕੁੜੀ ਦੀ ਫੀਲਿੰਗ ਚਾਹੀਦੀ ਆ ਵੀ ਉਹ ਕੀ ਸੋਚਦੀ ਵੀ ਮੈਂ ਤੇਰੀ ਨਹੀਂ ਹੋ ਸਕੀ, ਤੇ ਉਹਦੀ ਬੈਕਗਰਾਊਂਡ ਕੀ ਸਿਚੁਏਸ਼ਨ ਕਹਿੰਦਾ ਤੈਨੂੰ ਮੈਂ ਦੱਸਦੀ ਆ, ਤੁਸੀਂ ਇਹ 'ਤੇ ਗਾਣਾ ਕ੍ਰੀਏਟ ਕਰੋ। ਮੈਨੂੰ ਯਾਦ ਆ ਵੀ ਉਹਨਾਂ ਨੇ ਇਹੀ ਸਿਚੁਏਸ਼ਨ ਹੋਰ ਰਾਈਟਰਾਂ ਨੂੰ ਵੀ ਦਿੱਤੀ, ਤਿੰਨਾਂ ਚੋਂ ਨਾਮੀ ਰਾਈਟਰਾਂ ਨੂੰ ਵੀ ਦਿੱਤੀ। ਪਤਾ ਨਹੀਂ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਨਹੀਂ ਦਿੱਤਾ, ਰੱਬ ਜਾਣੇ, ਜਾਂ ਜੈਦੇਵ ਹੋਰੀ ਜਾਣਦੇ ਹੋਣਗੇ। ਮੈਂ ਗਾਣਾ ਦਿੱਤਾ ਤਾਂ ਉਹਨਾਂ ਨੇ ਉਹ ਗਾਣਾ ਰਿਕਾਰਡ ਕਰ ਲਿਆ, ਟਾਈਟਲ Song ਬਣ ਗਿਆ। ਉਹ ਟਾਈਟਲ Song ਬਣ ਗਿਆ। ਉਸ ਤੋਂ ਇਲਾਵਾ ਉਹ 'ਚ ਮੇਰੇ 3 ਗਾਣੇ ਹੋਰ ਸੀਗੇ, 4 ਗਾਣੇ ਸੀ ਮੇਰੇ। ਤੇ ਉਹ ਟੇਪ ਨੂੰ ਅੱਛਾ ਰਿਸਪੌਂਸ ਮਿਲਿਆ, ਥੋੜ੍ਹਾ ਮੈਨੂੰ ਵੀ ਹੌਸਲਾ ਹੋਇਆ। ਫਿਰ ਉਸ ਤੋਂ ਬਾਅਦ ਮਾਸਟਰ ਸਲੀਮ ਹੋਣੀ ਮੇਰੇ ਕੋਲ ਗਏ ਫਗਵਾੜੇ। ਮਾਸਟਰ ਸਲੀਮ, ਇਹਦੇ ਡੈਡੀ ਪੇਜੀ, ਇਹਨਾਂ ਦੇ ਮਦਰ, ਤੇ ਕਹਿੰਦੇ ਵੀ ਸਲੀਮ ਨੂੰ ਸਾਗਾ 'ਚ ਲੈ ਕੇ ਜਾਣਾ, ਤੁਸੀਂ ਲੈ ਕੇ ਜਾਓ ਇਹਨੂੰ। ਤੇ ਨੈਕਸਟ ਡੇ ਆਪਾਂ ਸਲੀਮ ਹੋਣਾ ਕੋਲ ਮਰੂਤੀ ਕਾਰ ਹੁੰਦੀ ਉਹਨਾਂ ਦਿਨਾਂ 'ਚ, ਮਰੂਤੀ 800, ਉੱਥੇ ਗਏ ਸੀ ਦਿੱਲੀ। ਦਿੱਲੀ ਜਾ ਕੇ ਗੱਲਬਾਤ ਕੀਤੀ, ਚਲੋ ਗੱਲਬਾਤ ਫਾਈਨਲ ਹੋ ਗਈ। ਫਿਰ ਅਸੀਂ 2-3 ਮਹੀਨੇ ਸਿਟਿੰਗ ਕੀਤੀਆਂ ਲਗਾਤਾਰ, ਜਲੰਧਰ ਦਿੱਲੀ, ਜਲੰਧਰ ਦਿੱਲੀ। ਅੱਜ ਤਾਂ ਉਨੀ ਮਿਹਨਤ ਨਹੀਂ ਕਰਦਾ ਕੋਈ। ਤੇ ਉਹ ਕੈਸਟ ਰਿਕਾਰਡ ਹੋਈ, ਤੇ ਜਿੱਦਣ ਇਹਦੀ ਰਿਕਾਰਡਿੰਗ ਫਾਈਨਲ ਹੋ ਗਈ, ਅਸੀਂ ਠਹਿਰੇ ਹੋਏ ਸੀਗੇ ਕਰੋਲ ਬਾਗ ਕੋਸਮੋ ਹੋਟਲ 'ਚ। ਰਾਤ ਮਹਿਫਲ ਲੱਗੀ ਪੂਰੀ, ਗਾਣੇ ਫਾਈਨਲ ਹੋ ਗਏ, 8 ਗਾਣੇ ਫਾਈਨਲ ਹੋ ਗਏ। ਤੇ ਮੈਂ ਤੇ ਇਹ ਜੈਦੇਵ ਹੋਣੀ ਮਹਾਜਨ ਸਾਹਿਬ ਚਲ ਗਏ ਘਰਾਂ ਨੂੰ, ਰਾਤ 1-1:30 ਵਜਾ ਹੋਣਾ। ਤੇ ਮੈਂ ਤੇ ਸ਼ਾਹ ਕੋਟੀ ਸਾਹਿਬ ਨੇ ਫਿਰ ਸ਼ੁਰੂ ਕਰ ਲਿਆ ਪ੍ਰੋਗਰਾਮ। ਤੇ ਇਹ ਗਾਣਾ ਗਾਈ ਜਾ ਰਹੇ ਹਾਰਮੋਨੀਅਮ 'ਤੇ। ਉਹ ਗਾਣਾ ਹੋਰ ਸੀ ਕੋਈ, ਜਿਹੜਾ ਗਾਣਾ ਰਿਕਾਰਡ ਹੋਇਆ ਇਹ ਨਹੀਂ ਸੀਗਾ। ਤੇ ਮੈਂ ਕਿਹਾ ਗੁਰੂ ਜੀ ਕੰਪੋਜੀਸ਼ਨ ਬੜੀ ਅੱਛੀ ਆ ਤੇ ਮੈਨੂੰ ਬੋਲ ਨਹੀਂ ਪਸੰਦ ਆ ਰਹੇ। ਤੇ ਮੈਂ ਪੇਪਰ ਪੈਨ ਲਿਆਓ, ਮੈਂ ਨਾ ਤੁਹਾਨੂੰ ਨਵੀਂ ਸਟਾਈਲ ਲਿਖ ਕੇ ਦਿੰਦਾ। ਇਹਦੀ ਪਹਿਲਾਂ ਹੁੱਕ ਲਾਈਨ ਸੀਗੀ, ਜਦੋਂ ਦਾ ਸਾਡਾ ਦਿਲ ਲੈ ਗਿਓ, ਇਹਦੀ ਹੁੱਕ ਲਾਈਨ ਸੀ ਪਹਿਲਾਂ। ਮੈਂ ਕਿਹਾ ਜੀ ਗੁਰੂ ਜੀ ਮਜ਼ਾ ਨਹੀਂ ਆਇਆ, ਦਿਲ ਤੋੜ ਗਏ। ਮੈਂ ਇੱਥੇ ਲਿਖਣਾ ਵੀ ਜਦੋਂ ਦਾ ਸਾਡਾ ਦਿਲ ਟੁੱਟਿਆ। ਕਾਪੀ ਪੈਨ ਲਿਆ ਭਾਰੀ 5-7, ਮੈਂ ਪੂਰਾ ਮੂਡ ਸੀਗਾ, ਪਤਾ ਨਹੀਂ ਕਿੰਨੀ ਕੁ ਪੀ ਚੁੱਕੇ ਸੀ ਤਦ ਤੱਕ। ਤੇ ਉਹ 27 ਅੰਤਰਾ ਲਿਖਿਆ। ਤੇ ਇਹਨਾਂ ਨੇ ਕੋਲੋਂ ਸ਼ੇਅਰ ਲਾਇਆ, ਜਿਹੜਾ ਗਾਣੇ ਦੇ ਸ਼ੁਰੂ ਸ਼ੇਅਰ, ਇਹਨਾਂ ਨੇ ਕੋਈ ਪਾਕਿਸਤਾਨੀ ਸ਼ੇਅਰ ਆ ਸ਼ਾਇਦ, ਮੈਨੂੰ ਨਹੀਂ ਪਤਾ ਕੀ ਤਾਂ ਲਿਖਿਆ ਹੋਇਆ, ਉਹ ਲਾ ਕੇ ਤੇ ਗਾਇਆ। ਮੇਰਾ ਖਿਆਲ 2:30-3 ਵੱਜ ਚੁੱਕੇ ਹੋਣੇ ਸਵੇਰ ਦੇ। ਤੇ ਮੈਨੂੰ ਕਹਿੰਦੇ ਜੈਦੇਵ ਨੂੰ ਫੋਨ ਲਾ। ਕਹਿੰਦੇ ਅਸੀਂ ਇਹਨਾਂ ਦਾ ਕੰਮ ਕਰ ਰਹੇ ਹਾਂ, ਘਰ ਜਾ ਕੇ ਸੁੱਤੇ ਆ। ਜੈਦੇਵ ਨੇ ਫੋਨ ਨਹੀਂ ਚੱਕਿਆ, ਪਹਿਲਾਂ 2-3 ਵਾਰੀ ਉਹ ਲੈਂਡਲਾਈਨ ਫੋਨ ਹੁੰਦੇ ਸੀ, ਮੈਨੂੰ ਫੋਨ ਨਹੀਂ ਚੱਕਿਆ। 4-5 ਵਾਰੀ ਫੋਨ ਚੱਕਿਆ, ਨੀਂਦ ਵੇਲੇ ਜਿੱਦਾਂ ਚੱਕਦਾ ਵਾ, ਹਾਂਜੀ ਹਾਂਜੀ ਦੱਸੋ ਜੀ। ਤੇ ਮੈਂ ਕਿਹਾ ਜੈਦੇਵ ਕੰਪੋਜੀਸ਼ਨ ਸੁਣੋ ਨਵੀਂ। ਕਹਿੰਦੇ ਯਾਰ ਬਹੁਤ ਅੱਛੀ ਆ, ਰਿਕਾਰਡ ਕਰ ਲਓ। ਮੈਂ ਕਿਹਾ ਰਿਕਾਰਡ ਨਹੀਂ, ਯਾਦ ਹੀ ਆ। ਕਹਿੰਦਾ ਵੀ ਜੋ ਤੁਹਾਡੀ ਦੋਹਾਂ ਦੀ ਹਾਲਤ ਆ ਨਾ ਇਸ ਵੇਲੇ, ਤੁਹਾਨੂੰ ਦੋਹਾਂ ਨੂੰ ਸਵੇਰ ਨੂੰ ਕੱਖ ਨਹੀਂ ਯਾਦ ਰਹਿਣਾ, ਤੁਸੀਂ ਰਿਕਾਰਡ ਕਰ ਲਓ। ਅਸੀਂ ਉਹ ਰਿਕਾਰਡ ਕਰ ਲਈ। ਸਵੇਰੇ ਉਹ ਗਾਣਾ ਰਿਕਾਰਡ ਹੋ ਗਿਆ, ਉਹ ਗਾਣਾ ਹਿੱਟ ਹੋ ਗਿਆ। ਉਸ ਤੋਂ ਬਾਅਦ ਸਰਦੂਲ ਭਾਜੀ ਦੀ ਕੈਸਟ ਆਈ, ਨਖਰਾ ਜਨਾਬ ਦਾ। ਇਹਦੇ 'ਚ ਕਿਹੜਾ ਕੀ ਸੀ ਤੁਹਾਡਾ? ਜਦੋਂ ਹੋ ਗਈ ਮੇਰੀ ਡੋਲੀ ਮਾਂ ਅੱਖੀਆਂ ਤੋਲੇ, ਪਿੱਛੋਂ ਵੇਖ ਵੇਖ ਰੋਮੀ ਮੇਰੇ ਗੁੱਡੀਆਂ ਪਟੋਲੇ, ਬੱਲ ਵੀਰਾ ਮੇਰਾ। ਉਹ ਗਾਣੇ ਦੀ ਵੀ ਸਟੋਰੀ ਆ। ਉਹ ਗਾਣਾ ਕੈਸਟ ਵਿੱਚ ਹੈ ਨਹੀਂ ਸੀ ਪਹਿਲਾਂ, ਤੇ ਗਾਣਾ ਭਾਜੀ ਕੋਲ ਸੀ। ਮੈਂ ਦਿੱਤਾ ਜੈਦੇਵ ਕੁਮਾਰ ਨੂੰ, ਜੈਦੇਵ ਹੋਣਾ ਨੇ ਇਹਨਾਂ ਨੂੰ ਦਿੱਤਾ। ਪਤਾ ਨਹੀਂ ਇਹਨਾਂ ਜਾਂ ਕੰਪੋਜ਼ ਨਹੀਂ ਕੀਤਾ ਉਦੋਂ, ਰੱਬ ਜਾਣੇ, ਮੈਨੂੰ ਨਹੀਂ ਪਤਾ ਕੀ ਸੀਗਾ। ਤੇ ਉਸ ਕੈਸਟ ਦੇ 8 ਗਾਣੇ ਫਾਈਨਲ ਹੋ ਗਏ। ਤੇ ਸਰਦੂਲ ਭਾਜੀ ਦਾ ਚੰਡੀਗੜ੍ਹ ਪ੍ਰੋਗਰਾਮ ਸੀ ਕਿਸੇ ਕੁੜੀਆਂ ਦੇ ਕਾਲਜ ਵਿੱਚ।